ਮੈਂ ਮਨਵੀਰ ਕੌਰ ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਸਵਾਗਤ ਕਰਦੀ ਹਾਂ। ਪੰਜਾਬ ਦਾ ਅੱਜ ਦਾ ਜੋ ਕਰੰਟ ਮਸਲਾ ਹੈ, ਜਿਹਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਯੂ ਟਰਨਾਂ ਵਾਲੀ ਸਰਕਾਰ ਕਹਿ ਕੇ ਹੋਰ ਪ੍ਰਚਲਿਤ ਕੀਤਾ ਜਾ ਰਿਹਾ ਹੈ, ਉਸੇ ਮਸਲੇ ਤੇ ਗੱਲ ਕਰਾਂਗੇ। ਮੇਰੇ ਨਾਲ ਪੰਜਾਬ ਦੇ, ਮੈਂ ਈਜ਼ੀ ਰੱਖਾਂਗੀ ਕਿ ਮੇਰੇ ਪੰਜਾਬ ਦੇ ਸਿਆਸੀ ਪੰਡਿਤ ਨੇ ਡਾਕਟਰ ਜਗਰੂਪ ਸਿੰਘ ਸੇਖੋ ਜੀ। ਉਹਨਾਂ ਸਾਹਮਣੇ ਮਸਲਾ ਲੈ ਕੇ ਜਾਵਾਂਗੇ ਕਿ ਪੰਜਾਬ ਦੇ ਵਿੱਚ 10 ਅਗਸਤ ਨੂੰ ਜੋ ਪੰਜਾਬ ਸਰਕਾਰ ਨੇ ਫੈਸਲਾ ਲਿਆ ਸੀ ਕਿ ਜੋ ਪੰਚਾਇਤਾਂ ਨੇ ਉਹਨਾਂ ਨੂੰ ਭੰਗ ਕੀਤਾ ਜਾ ਰਿਹਾ ਹੈ, ਉਹ ਮਸਲਾ ਫਿਰ ਹਾਈ ਕੋਰਟ ਦੇ ਵਿੱਚ ਪਹੁੰਚਦਾ ਹੈ। ਹਾਈ ਕੋਰਟ ਤੋਂ 20 ਦਿਨਾਂ ਬਾਅਦ ਉੱਥੇ ਪੰਜਾਬ ਸਰਕਾਰ ਦੇ ਵਕੀਲ ਜਿਹੜੇ ਨੇ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਇਹ ਫੈਸਲਾ ਵਾਪਿਸ ਲੈ ਰਹੀ ਹੈ, ਮਤਲਬ ਕਿ ਹੁਣ ਪੰਚਾਇਤਾਂ ਮੁੜ ਤੋਂ ਬਹਾਲ ਹੋਣਗੀਆਂ। ਪਰ ਹਜੇ ਨੋਟਿਸ ਨਹੀਂ ਆਇਆ, ਹਜੇ ਹਾਈ ਕੋਰਟ ਦਾ ਉਹ ਆਰਡਰ ਵੀ ਆਪਣੇ ਸਾਹਮਣੇ ਨਹੀਂ ਹੈ, ਪਰ ਇਹ ਗੱਲ ਜਿਹੜੀ ਹੈ ਸਰਕਾਰੀ ਵਕੀਲਾਂ ਦੇ ਮੂੰਹੋਂ ਹੀ ਸਾਡੇ ਸਾਹਮਣੇ ਆ ਚੁੱਕੀ ਹੈ। ਇਹ PIL ਜਿਹੜੀ ਸੀ, ਪਬਲਿਕ ਇੰਟਰਸਟ ਲਿਟੀਗੇਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸੈਕਟਰੀ ਉਹਨਾਂ ਵੱਲੋਂ ਪਾਈ ਗਈ ਸੀ ਕਿ ਇਹ ਜਿਹੜੀ ਮੂਵ ਸਰਕਾਰ ਨੇ ਚੱਲੀ ਹੈ ਕਿ ਪੰਚਾਇਤਾਂ ਦਾ ਨਿਰਧਾਰਿਤ ਜਿਹੜਾ ਸਮਾਂ ਸੀ ਉਸ ਤੋਂ 6 ਮਹੀਨੇ ਪਹਿਲਾਂ ਹੀ ਪੰਚਾਇਤਾਂ ਨੂੰ ਭੰਗ ਕਰਨਾ ਗੈਰ ਕਾਨੂੰਨੀ ਹੈ ਔਰ ਅਨਕਨਸਟੀਟਿਊਸ਼ਨਲ ਹੈ, ਗੈਰ ਸੰਵਿਧਾਨਿਕ। ਔਰ ਇਹਦੇ ਵਿੱਚ ਹਾਈ ਕੋਰਟ ਵੱਲੋਂ ਫੈਸਲਾ ਆਉਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਯੂ ਟਰਨ ਮਾਰ ਗਈ ਹੈ। ਇਹ ਯੂ ਟਰਨ ਪਹਿਲਾਂ ਨਹੀਂ ਹੈ। ਇਮੀਡੀਏਟਲੀ ਅਗਰ ਆਪਾਂ ਦੇਖੀਏ, ਜਦੋਂ ਸਰਕਾਰ ਬਣਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਮੋਟਰਸਾਈਕਲਸ ਨੂੰ ਮੋਡੀਫਾਈ ਕਰਕੇ ਰੇੜੀਆਂ ਬਣੀਆਂ ਹੁੰਦੀਆਂ ਨੇ, ਉਹਦੇ ਤੋਂ ਯੂ ਟਰਨ ਵੱਜਦਾ ਹੈ। ਉਸ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ, ਇੱਕ ਵਾਰੀ ਭਗਵੰਤ ਮਾਨ ਜੀ ਨੇ ਕਿਹਾ ਸੀ, ਕਿਸੇ ਵਿਦੇਸ਼ ਦੇ ਦੌਰੇ ਤੇ ਗਏ ਸੀ, ਕਿ ਇੱਕ ਬਹੁਤ ਵੱਡੀ ਕੰਪਨੀ ਆਟੋਮੋਬਾਈਲ ਦੀ ਇੰਡੀਆ ਦੇ ਵਿੱਚ ਆ ਰਹੀ ਹੈ, ਪੰਜਾਬ ਦੇ ਵਿੱਚ ਆ ਰਹੀ ਹੈ, ਆਪਣਾ ਪਲਾਂਟ ਲੈ ਕੇ ਆ ਰਹੇ ਨੇ। ਹੋਰ ਵੀ ਬਹੁਤ ਐਦਾਂ ਦੇ ਫੈਸਲੇ ਜਿਹੜੇ ਯੂ ਟਰਨਾਂ ਵਾਲੇ ਆ, ਉਹ ਮੈਂ ਤੁਹਾਨੂੰ ਗਿਣਾ ਸਕਦੀ ਹਾਂ, ਪਰ ਤੁਸੀਂ ਮੇਰੇ ਤੋਂ ਬਿਹਤਰ, ਜਿਹੜੇ ਧਰਾਤਲ ਤੇ ਜੁੜੇ ਲੋਕ ਹੋ, ਸਾਡੇ ਤੋਂ ਬਿਹਤਰ ਜਾਣਦੇ ਹੋ, ਕਿਉਂਕਿ ਯੂ ਟਰਨਾਂ ਵਾਲੀ ਸਰਕਾਰ ਇਹ ਤੁਸੀਂ ਹੀ ਨਾਮ ਦਿੱਤਾ ਹੈ। ਗੱਲ ਕਰਨੀ ਇਹ ਬਣਦੀ ਹੈ ਕਿ ਇਹ ਜਿਹੜੇ ਫੈਸਲਿਆਂ ਦੀ ਯੂ ਟਰਨ ਹੈ, ਇਹ ਹੋਣਾ ਪੰਜਾਬ ਦੀ ਗਵਰਨੈਂਸ ਦੇ ਲਈ, ਪੰਜਾਬ ਦੀ ਸਰਕਾਰ ਲਈ ਕਿੱਡਾ ਕੁ ਵੱਡਾ ਸੈਟਬੈਕ ਹੈ। ਪੰਜਾਬ ਸਰਕਾਰ ਇਹੋ ਜਿਹੇ ਕਾਲੀਪਨ ਵਾਲੇ ਫੈਸਲੇ ਕਿਉਂ ਲੈ ਰਹੀ ਹੈਗੀ ਹੈ ਤੇ ਇਹਦੇ ਚੋਂ ਕੀ ਗੇਨ ਕਰਨਾ ਚਾਹੁੰਦੀ ਹੈ। ਔਰ ਜਦੋਂ ਪੰਜਾਬ ਸਰਕਾਰ ਆਪਣੇ ਫੈਸਲਿਆਂ ਤੋਂ ਮੁੱਕਰਦੀ ਹੈ, ਪੰਜਾਬ ਦੇ ਸੰਦਰਭ 'ਚ ਦੇਖੀਏ ਤਾਂ ਜਿਹੜਾ ਆਪਣੀ ਕਹੀ ਗੱਲ ਤੋਂ ਮੁੱਕਰ ਜਾਂਦਾ ਤਾਂ ਉਹਨੂੰ ਪੰਜਾਬੀ ਅੱਛੀ ਲਾਈਟ ਦੇ ਵਿੱਚ, ਵਧੀਆ ਲਾਈਟ ਦੇ ਵਿੱਚ ਨਹੀਂ ਲੈਂਦੇ, ਇਹਨੂੰ ਮੁੱਕਰਨਾ ਕਹਿੰਦੇ ਨੇ। ਕਿਉਂ ਮੁੱਕਰਦੀ ਹੈ? ਕੀ ਸਰਕਾਰ ਦੀ ਜਿਹੜੀ ਕੋਈ ਐਡਵਾਈਜ਼ਰੀ ਕਾਉਂਸਲ ਹੈ, ਜਾਂ ਸਹੀ ਢੰਗ ਨਾਲ ਫੈਸਲੇ ਲੈਣ ਦੀ ਦਿਸ਼ਾ ਦੇਣ ਵਾਲਾ ਕੋਈ ਸਰਕਾਰ ਕੋਲ ਹੈ, ਜਾਂ ਆਪ ਖੁਦਰੇਪਨ ਦੇ ਵਿੱਚ ਹੀ ਸਰਕਾਰ ਜੋ ਦਿਲ ਕਰਦਾ ਹੈ ਉਸੇ ਤਰ੍ਹਾਂ WhatsApp ਤੇ ਨੋਟੀਫਿਕੇਸ਼ਨ ਅੱਗੇ ਤੋਂ ਅੱਗੇ ਭੇਜ ਕੇ ਫੈਸਲੇ ਲਾਗੂ ਕਰ ਦਿੰਦੀ ਹੈ? ਇਸ ਮਸਲੇ ਤੇ ਗਹਿਰੀ ਗੱਲਬਾਤ ਕਰਨ ਲਈ ਮੇਰੇ ਨਾਲ ਜਗਰੂਪ ਸਿੰਘ ਸੇਖੋ ਜੀ, ਉਹਨਾਂ ਨੂੰ ਸ਼ਾਮਿਲ ਕਰਦੇ ਹੋਏ ਸਵਾਗਤ ਕਰਦੀ ਹਾਂ। ਤੇ ਸਰ, ਸਿਆਸੀ ਪੰਡਿਤ ਵਾਲਾ ਸ਼ਬਦ ਮੈਨੂੰ ਲੱਗਦਾ ਤੁਹਾਡੇ ਲਈ ਠੀਕ ਹੈਗਾ ਜੀ। ਨਹੀਂ, ਬਹੁਤ ਸ਼ੁਕਰੀਆ ਜੀ। ਨਹੀਂ, ਇਹ ਜੋ ਤੁਸੀਂ ਜ਼ਿਆਦਾ ਕਹਿ ਰਹੇ ਜੋ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਕਿਉਂਕਿ ਸਿਆਸਤ ਦੇ ਵਿੱਚ ਕੋਈ ਵੀ ਪੰਡਿਤ ਨਹੀਂ ਹੁੰਦਾ ਹੈ। ਸਿਆਸਤ ਦੇ ਵਿੱਚ ਕਿਸੇ ਸਮੇਂ ਵੀ ਕੋਈ ਵੀ ਗੱਲ ਹੋ ਸਕਦੀ ਹੈ। ਕਿਉਂਕਿ ਤੁਸੀਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਕਿਹਾ ਸੀ ਕਿ ਇਹ ਸਰਕਾਰ ਚਲਾਉਣ ਦੇ ਵਿੱਚ ਸਹੀ ਅਪਰੋਚ ਜਿਹੜੀ ਆ ਉਹ ਨਹੀਂ ਵਰਤੀ ਜਾ ਰਹੀ। ਜਿੱਦਾਂ ਦੇ ਸਰਕਾਰ ਫੈਸਲੇ ਲੈ ਰਹੀ ਆ ਉਹਦੇ ਵਿੱਚ ਕਠੋਰਤਾ ਤੇ ਲੈਜੀਟੀਮੇਸੀ ਨਜ਼ਰ ਨਹੀਂ ਆ ਰਹੀ। ਔਰ ਅੱਜ ਇਹ ਫੈਸਲਾ ਆਇਆ, ਦੱਸੋ, ਤੁਸੀਂ ਦੱਸੋ ਜ਼ਰਾ ਕਿ ਕਿਵੇਂ ਤੁਸੀਂ ਮੰਨਦੇ ਹੋ ਕਿ ਇਹ ਉਹੀ ਲਾਈਨ ਦੇ ਉੱਤੇ ਆ? ਕਿੱਡਾ ਵੱਡਾ ਸੈਟਬੈਕ ਹੈ ਜੀ ਪੰਜਾਬ ਸਰਕਾਰ ਨੂੰ ਇਹ? ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਧਰਾਤਲ ਤੋਂ ਸਮਝ ਆ ਜਾਂਦੀਆਂ ਕਿ ਸਟਰਕਚਰ ਕਿੱਦਾਂ ਦਾ ਹੈਗਾ, ਪਾਰਟੀ ਦਾ ਜਿਹੜਾ ਢਾਂਚਾ ਕਿਸ ਕਿਸਮ ਦਾ ਹੈਗਾ, ਪਾਰਟੀ ਦੀ ਲੀਡਰਸ਼ਿਪ ਜਿਹੜੀ ਕਿੰਨੀ ਮੈਚੁਰ ਹੈਗੀ ਆ, ਉਸ ਲੀਡਰਸ਼ਿਪ ਦੇ ਵਿੱਚ ਕਿੰਨੀ ਆਪਣੇ ਆਪ ਦੇ ਵਿੱਚ ਅਕਾਊਂਟੇਬਿਲਟੀ ਹੈਗੀ ਆ, ਜਾਂ ਉਹ ਲੀਡਰਸ਼ਿਪ ਦੀ ਕਿੰਨੀ ਜਿਹੜੀ ਹੈਗੀ ਆ ਉਹਦੇ ਗੁਣ ਹੈਗੇ ਆ ਕਿ ਉਹ ਲੈਜੀਟੀਮੇਸੀ ਕ੍ਰੀਏਟ ਕਰ ਸਕਣਗੇ। ਇਸ ਕਰਕੇ ਉਹ ਜਦੋਂ ਹੁੰਦਾ ਨਾ, ਕਈ ਵਾਰੀਆਂ ਲੱਗਦਾ ਹੁੰਦਾ ਵੀ ਜਿਸ ਰੁੱਖ ਤੇ ਬੈਠੇ ਹੁੰਦੇ ਆ ਤੇ ਉਹੀ ਟਾਹਣਾ ਵੱਢੀ ਜਾਣ ਡਏ ਆ, ਤੇ ਫਿਰ ਅਲਟੀਮੇਟਲੀ ਸਾਨੂੰ ਲੱਗਦਾ ਹੁੰਦਾ ਵੀ ਭਾਈ ਇਹ ਤਾਂ ਫਿਰ ਥੱਲੇ ਵਾਲੇ ਪਾਸੇ ਨੂੰ ਡਿੱਗਣਾ ਹੀ ਡਿੱਗਣਾ ਹੈ। ਇਹ ਬਹੁਤ ਅਨਫਾਰਚੂਨੇਟ ਹੈ। ਅਨਫਾਰਚੂਨੇਟ ਇਸ ਕਰਕੇ ਹੈਗਾ ਵਾ ਕਿ ਇਸ ਸਰਕਾਰ, ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਯੂ ਟਰਨ ਕਿਉਂ ਲੈਂਦੇ ਆ, ਇਹਦਾ ਮਤਲਬ ਆ ਵੀ ਕਿਸੇ ਵੀ ਲੈਵਲ ਦੇ ਉੱਤੇ ਕੋਈ ਵੀ ਫੈਸਲਾ ਲੈਣ ਲਈ ਉਹਦੇ ਉੱਤੇ ਜਿਹੜੀ ਗਹਿਰੀ ਜਿਹੜੀ ਹੁੰਦੀ ਆ, ਉਹਦੇ ਉੱਤੇ ਉਹਨੂੰ ਸੋਚ ਵਿਚਾਰ ਹੋਣੀ ਆ, ਉਹਦੇ ਕਨਸੀਕੁਐਂਸਸ ਕੀ ਹੋ ਸਕਦੇ ਆ, ਸ਼ਾਰਟ ਟਰਮ ਕੀ ਕਨਸੀਕੁਐਂਸਸ ਹੋ ਸਕਦੇ ਆ, ਲੌਂਗ ਟਰਮ ਕੀ ਕਨਸੀਕੁਐਂਸ ਹੋ ਸਕਦੇ ਆ, ਇਹਨਾਂ ਫੈਸਲਿਆਂ ਦਾ ਲੋਕਾਂ ਤੇ ਕੀ ਅਸਰ ਪਊਗਾ, ਚੰਗਾ ਜਾਂ ਮਾੜਾ, ਇਹ ਸਾਰਾ ਇੱਕ ਸੋਚ ਵਿਚਾਰ ਦਾ ਜਿਹੜਾ ਹਿੱਸਾ ਹੁੰਦਾ। ਪਰ ਅਸੀਂ ਦੇਖ ਰਹੇ ਹਾਂ ਕਿ 1.5 ਸਾਲ ਤੋਂ ਇਹ ਸਰਕਾਰ ਆ ਰਹੀ ਆ। ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ ਸੀਗਾ। ਇਸ ਕਰਕੇ ਮੈਂਡੇਟ ਦਿੱਤਾ ਸੀਗਾ ਕਿ ਲੋਕਾਂ ਨੂੰ ਲੱਗਾ ਕਿ ਅਸੀਂ ਬਦਲ ਚਾਹੁੰਦੇ ਹਾਂ। ਸਾਡੇ ਕੋਲ ਪੁਰਾਣੀਆਂ ਜਿਹੜੀਆਂ ਸਰਕਾਰਾਂ ਹੈਗੀਆਂ, ਪਾਰਟੀਆਂ ਹੈਗੀਆਂ, ਉਹਨਾਂ ਤੋਂ ਲੋਕੀ ਟੋਟਲੀ ਡਿਸਸੈਟਿਸਫਾਈਡ ਸੀਗੇ। ਲੋਕਾਂ ਨੇ ਇਹ ਸੋਚ ਕੇ ਦਿੱਤਾ, ਪਾਰਟੀ ਨੂੰ ਵੋਟ ਪਾ ਦਿੱਤੀ। ਸ਼ਾਇਦ ਇਹ ਸੋਚਿਆ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਸੀ ਲੋਕਾਂ ਦੀ ਇਮੈਜੀਨੇਸ਼ਨ ਦਾ ਹਿੱਸਾ ਬਣ ਜਾਊਗੀ,
ਜਾਂ ਜੋ ਲੋਕ ਸੋਚਦੇ ਆ ਉਹ ਜਿਹੜਾ ਆਈਡੀਆ ਉਹਨਾਂ ਦੇ ਮਨ ਦੇ ਵਿੱਚ ਉਸੇ ਤਰੀਕੇ ਦੇ ਨਾਲ ਹੀ ਇਹ ਰਿਸਪੌਂਡ ਕਰਨਗੇ। ਪਰ ਐਕਚੁਅਲੀ ਜਿਹੜਾ ਸਾਰਾ ਕੁਝ ਹੁੰਦਾ ਧਰਮਦਾਰ ਤਾਂ ਹੁੰਦਾ ਵੀ ਹਾਊ ਮੈਨ ਬਿਹੇਵ ਇਨ ਪੋਲਿਟਿਕਸ। ਇਹ ਐਕਟਰਸ ਕਿੱਦਾਂ ਦੇ ਹੈਗੇ ਆ, ਐਕਟਰਸ ਦੀ ਕੈਪੇਬਿਲਿਟੀ, ਉਹਦੀ ਕੈਪੈਸਿਟੀ। ਮੈਂ ਨਹੀਂ ਕਿਸੇ ਦੀ ਕੈਪੇਬਿਲਿਟੀ ਕੈਪੈਸਿਟੀ ਨੂੰ ਮੈਂ ਅੰਡਰਮਾਈਨ ਨਹੀਂ ਕਰ ਰਿਹਾ, ਪਰ ਉਹਦੇ ਜਿਹੜੇ ਕੰਮ ਹੁੰਦੇ ਆ, ਉਹਦਾ ਜਿਹੜਾ ਰਿਸਪੌਂਸ ਹੁੰਦਾ ਜਾਂ ਰਿਸਪੌਂਸ ਦੀ ਥਾਂ ਤੇ ਜਿਹੜਾ ਰਿਐਕਸ਼ਨ ਹੁੰਦਾ ਵਾ, ਉਹ ਸਾਡੀ ਸਮਝ ਦੇ ਵਿੱਚ ਆ ਜਾਂਦਾ ਵੀ ਇਹ ਕਿੰਨਾ ਕੁ ਜਿਹੜਾ ਹੈਗਾ ਹੋਰ ਲੰਮਾ ਚੱਲ ਸਕਦੇ ਆ ਜਾਂ ਕਿੰਨਾ ਕੁ ਸੀਰੀਅਸ ਹੈਗੇ ਆ ਪੰਜਾਬ ਦੇ ਮੁੱਦਿਆਂ ਬਾਰੇ, ਜਾਂ ਜਿਹੜੇ ਵਾਈਟਲ ਇਸ਼ੂਜ਼ ਹੈਗੇ ਆ। ਜਿਹੜਾ ਇਹਨਾਂ ਨੇ ਫੈਸਲਾ ਲਿਆ ਹੈਗਾ, ਖਾਸ ਕਰਕੇ ਜਿਹੜਾ 10 ਨੂੰ ਲਿਆ ਹੈ, ਇਹ ਸਮਝ ਨਹੀਂ ਆਉਂਦੀ ਕਿ ਕਾਂਸਟੀਟਿਊਸ਼ਨਲ ਪ੍ਰੋਵੀਜ਼ਨਸ ਹੈਗੀਆਂ, ਸ਼ਾਇਦ ਇਹਨਾਂ ਵਿੱਚੋਂ ਕਿਸੇ ਨੇ ਵੀ 73rd ਅਮੈਂਡਮੈਂਟ ਪੜ੍ਹੀ ਨਹੀਂ ਹੈ ਕਿ ਉਹ 73rd ਅਮੈਂਡਮੈਂਟ ਜਿਹਨੂੰ ਗ੍ਰਾਸ ਰੂਟ ਲੈਵਲ ਡੈਮੋਕ੍ਰੈਟਿਕ ਪ੍ਰੋਸੈਸ ਕਹਿੰਦੇ ਆ, ਇਹ ਆਪਣੇ ਵਿਚਾਰਾਂ ਨੂੰ ਹੀ ਕੰਟਰਾਡਿਕਟ ਕਰ ਰਹੇ ਆ। ਇੱਕ ਪਾਸੇ ਤਾਂ ਸਵਰਾਜ ਦੀਆਂ ਗੱਲਾਂ ਕਰਦੇ, ਇਹਨਾਂ ਦੀ ਕਿਤਾਬ ਪੜ੍ਹ ਕੇ ਦੇਖ ਲਓ। ਇੱਕ ਪਾਸੇ ਕਹਿੰਦੇ ਕਿ ਅਸੀਂ ਡੀਸੈਂਟਰਲਾਈਜ਼ ਕਰਨਾ ਹੈ, ਦੂਸਰੇ ਪਾਸੇ ਕਹਿੰਦੇ ਜਿਹੜੇ ਸੈਂਟਰਲਾਈਜ਼ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਤੋਂ ਅਸੀਂ ਖਹਿੜਾ ਛਡਾਉਣਾ। ਲੋਕਾਂ ਨੇ ਤਾਂ ਉਹਨਾਂ ਤੋਂ ਖਹਿੜਾ ਛਡਾ ਲਿਆ, ਇਹਨਾਂ ਨੂੰ ਦੇ ਦਿੱਤੀ, ਪਰ ਇਹਨਾਂ ਨੇ ਜਿਹੜੀ ਇਹਨਾਂ ਦੀ ਵਿਜ਼ਡਮ ਸੀਗੀ ਉਹ ਸਾਡੇ ਕੋਲ ਕਿਤੇ ਵੀ ਮੈਨੀਫੈਸਟ ਨਹੀਂ ਹੁੰਦੀ, ਸਾਨੂੰ ਕਿਤੇ ਵੀ ਦਿਖਾਈ ਨਹੀਂ ਦਿੰਦੇ। ਕਿਤੇ ਵੀ ਇਹ ਨਹੀਂ ਲੱਗਦਾ ਕਿ ਫੈਸਲਾ ਲੈਣ ਲੱਗਿਆ ਹਮੇਸ਼ਾ ਪਾਪੂਲਿਜ਼ਮ ਨਹੀਂ ਹੁੰਦਾ। ਮਨੀਸ਼ ਜੀ, ਮੈਂ ਗੱਲ ਕਹਿਣੀ ਚਾਹੁੰਦਾ, ਸਟੇਜ ਮੈਨੇਜਮੈਂਟ ਤੇ ਸਟੇਟ ਮੈਨੇਜਮੈਂਟ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਵਾ। ਜਿਹੜੀ ਸਟੇਟ ਮੈਨੇਜਮੈਂਟ ਹੈ ਇਹ 'ਚ ਹੁਨਰ ਚਾਹੀਦਾ ਹੈ, ਇਹ ਸਟੇਟਸਮੈਨਸ਼ਿਪ ਚਾਹੀਦੀ ਆ, ਇਹਦੇ ਵਿੱਚ ਵਿਜ਼ਨ ਚਾਹੀਦਾ ਹੈ, ਇਹਦੇ ਵਿੱਚ ਕਮਿਟਮੈਂਟ ਚਾਹੀਦੀ ਆ, ਕਨਵਿਕਸ਼ਨ ਚਾਹੀਦੀ ਆ। ਸਟੇਜ ਦੇ ਉੱਤੇ ਆਪਾਂ ਜਿਹੜੀ ਹੁੰਦੀ ਉਹ ਕਨਵਿਕਸ਼ਨ ਨਹੀਂ ਹੁੰਦੀ, ਉੱਥੇ ਤਾਂ ਆਪਾਂ ਜੀ ਪਰਚਾਵਾ ਕਰਨਾ ਹੁੰਦਾ ਲੋਕਾਂ ਦਾ, ਗੱਲਾਂ ਬਾਤਾਂ ਕਰਕੇ, ਹਾਸਾ ਮਖੌਲ ਕਰਕੇ, ਟਾਈਮਲੀ ਉਹਨਾਂ ਨੂੰ ਰਿਲੈਕਸ ਕਰਨਾ ਹੁੰਦਾ ਜਿਹੜੇ ਲੋਕ ਉਸ ਸਟੇਜ ਦੇ ਉੱਤੇ ਤੁਹਾਨੂੰ ਸੁਣਨ ਆਏ ਹੁੰਦੇ ਆ। ਪਰ ਸਟੇਟ ਮੈਨੇਜਮੈਂਟ ਜਿਹੜੀ, ਕਿਉਂਕਿ ਸਾਡੀਆਂ ਜਿਹੜੀਆਂ ਸਮੱਸਿਆਵਾਂ ਢਾਂਚਾਗਤ ਹੈਗੀਆਂ, ਸਾਡੀਆਂ ਸਮੱਸਿਆ ਜਿਹੜੀਆਂ ਉਹ ਸੀਰੀਅਸ ਹੈ, ਚਾਹੇ ਇਕਨੋਮਿਕ ਸਮੱਸਿਆ ਹੈਗੀ ਆ, ਚਾਹੇ ਸਾਡੀ ਸੋਸ਼ਲ ਕ੍ਰਾਈਸਿਸ ਹੈਗਾ, ਤੁਸੀਂ ਮੇਲ ਫੀਮੇਲ ਦੀ ਰੇਸ਼ੋ ਦੇਖੋ, ਪ੍ਰਵਾਸ ਦੀ ਗੱਲ ਕਰ ਲਓ, ਜਾਂ ਜਿਹੜੀ ਵਾਇਲੈਂਸ ਹੈਗੀ ਆ, ਲਾਅ ਐਂਡ ਆਰਡਰ ਦੀ ਗੱਲ ਕਰ ਲਓ, ਬਹੁਤ ਸਾਰੇ ਮਸਲੇ ਇੱਦਾਂ ਦੇ ਹੈਗੇ ਆ। ਇਕਨੋਮੀ ਦੇ ਵਿੱਚ ਵੀ ਸਾਡਾ ਕ੍ਰਾਈਸਿਸ ਹੈਗਾ, ਪੀਜ਼ੈਂਟਰੀ ਦੇ ਵਿੱਚ ਬਹੁਤ ਵੱਡੇ ਸਵਾਲ ਹੈਗੇ ਆ, ਅਗਰ ਗਰੋਥ ਉਹਦੀ ਨਹੀਂ ਹੋ ਰਹੀ, ਐਕਸਪੈਕਟੇਸ਼ਨ ਜ਼ਿਆਦੀਆਂ ਲੋਕਾਂ ਦੀਆਂ, ਕੈਪੈਸਿਟੀ ਸਟੇਟ ਦੀ ਉਨੀ ਨਹੀਂ ਬਣ ਰਹੀ। ਇਹ ਸੀਰੀਅਸ ਇਸ਼ੂ ਸੀਗੇ। ਅਸੀਂ ਇਹ ਸੋਚਦੇ ਵੀ ਇਹ ਸੀਰੀਅਸ ਇਸ਼ੂ ਦੇ ਵਿੱਚ ਇਹ ਸੀਰੀਅਸ ਉਹਨੂੰ ਜਿਹੜਾ ਹੈਗਾ ਰਿਸਪੌਂਸ ਦੇਣਗੇ, ਔਰ ਉਹਦੇ ਵਿੱਚ ਜਿਹੜੀਆਂ ਸਾਡੀਆਂ ਗ੍ਰਾਸ ਰੂਟ ਲੈਵਲ ਇੰਸਟੀਟਿਊਸ਼ਨਸ ਹੈਗੀਆਂ, ਖਾਸ ਕਰਕੇ ਜਿਹੜੀਆਂ ਪੰਚਾਇਤਾਂ ਹੈਗੀਆਂ ਜਾਂ ਜਿਹੜੀਆਂ ਮਿਊਨਿਸਪਲ ਕਮੇਟੀ ਆ, ਕਾਰਪੋਰੇਸ਼ਨਸ ਹੈਗੀ ਆ, ਇਹ ਅਲਟੀਮੇਟਲੀ ਕਿਸੇ ਵੀ ਸਰਕਾਰ ਦੀਆਂ ਅੱਖਾਂ ਹੁੰਦੀਆਂ, ਉਹਦੇ ਕੰਨ ਹੁੰਦੇ ਆ, ਜਾਂ ਉਹਦੀਆਂ ਬਾਹਾਂ ਹੁੰਦੀਆਂ ਵਾ। ਤੁਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ, ਕੋਈ ਫਰਕ ਨਹੀਂ ਪੈਂਦਾ। ਪਤਾ ਨਹੀਂ ਅਸੀਂ ਕਿਉਂ ਪੈਟੀ ਪੋਲਿਟਿਕਸ ਵਾਲੇ ਪਾਸੇ ਪੈ ਗਏ। ਅਸਲ ਦੇ ਵਿੱਚ ਮੈਂ ਬਾਰ-ਬਾਰ ਇਹ ਗੱਲ ਦੁਹਰਾ ਰਿਹਾ, ਲਿਖ ਵੀ ਰਿਹਾ, ਪੰਜਾਬ ਨੂੰ ਸਟੇਟਸਮੈਨਸ਼ਿਪ ਦੀ ਲੋੜ ਹੈਗੀ ਹੈ। ਪੰਜਾਬ ਨੇ ਰਾਜਨੀਤੀਵਾਨਾਂ ਤੋਂ ਬਹੁਤ ਹੀ ਨੁਕਸਾਨ ਕਰਵਾ ਲਿਆ, ਜਿਹੜਾ ਲੌਂਗ ਟਰਮ 'ਚ ਜਾ ਕੇ ਇਹੋ ਜਿਹੇ ਫੈਸਲੇ ਲਵੇ ਕਿ ਜਿਹੜਾ ਫੈਸਲੇ ਨੂੰ ਜਸਟੀਫਾਈ ਕਰ ਸਕੇ। ਉਹ ਫੈਸਲੇ ਪਹਿਲਾਂ ਲੋਕਾਂ 'ਚ ਡਿਸਕਸ ਕੀਤੇ ਜਾਣ, ਰਾਏ ਅਮਲ ਲੈ ਲਿਆ ਜਾਵੇ। ਅੱਜ ਕੱਲ੍ਹ ਕੀ ਫਰਕ ਪੈਂਦਾ, ਤੁਸੀਂ 5 ਮਿੰਟਾਂ ਦੇ ਵਿੱਚ ਜਾਂ 1 ਦਿਨ ਦੇ ਵਿੱਚ ਇਹਨਾਂ ਤੰਤਰ ਹੈਗਾ। ਇਹ ਤਾਂ ਸਰਕਾਰ ਹੀ ਸਾਰੀ ਹਾਈ ਟੈਕ ਹੈਗੀ ਆ, ਟੈਕਨੋਲੋਜੀ ਦੇ ਨਾਲ ਚੱਲਦੀ। ਇਹਨਾਂ ਕੋਲ ਬਹੁਤ ਸਾਰੇ ਲੋਕ ਜਿਹੜੇ ਉਹ ਟੈਕ ਸੇਵੀ ਲੋਕ ਹੈਗੇ ਆ। ਤੁਸੀਂ ਲੋਕਾਂ ਦਾ ਇਸ ਸਰਕਾਰ ਨੇ ਪਹਿਲਾਂ ਬੜੀ ਵਾਰੀ ਕੋਸ਼ਿਸ਼ ਕੀਤੀ ਹੈ ਜੀ, ਕਈ ਮਸਲਿਆਂ ਦੇ ਉੱਤੇ ਅਖਬਾਰਾਂ 'ਚ ਵੱਡੇ ਇਸ਼ਤਿਹਾਰ ਕੱਢ ਕੇ ਕਿਹਾ ਕਿ ਅਸੀਂ ਤੁਹਾਡੀ ਰਾਏ ਮੰਗ ਰਹੇ ਹੈਗੇ ਆ, ਇਹ ਫਲਾਣਾ ਨੰਬਰ ਹੈ, ਇਹਦੇ ਤੇ ਤੁਸੀਂ ਫੋਨ ਕਰਕੇ ਆਪਣੀ ਬਜਟ ਬਣਾਉਣ ਦੇ ਲਈ, ਇੰਡਸਟਰੀਅਲ ਪਾਲਿਸੀ ਬਣਾਉਣ ਦੇ ਲਈ ਆਪਣੀ ਰਾਏ ਜਿਹੜੀ ਆ ਭ੍ਰਿਸ਼ਟਾਚਾਰ ਪ੍ਰਤੀ ਦੇ ਸਕਦੇ ਹੈਗੇ। ਸਰ, ਮੈਨੂੰ ਇੱਕ ਗੱਲ, ਪਹਿਲਾਂ ਤੁਸੀਂ ਬਹੁਤ ਵਧੀਆ ਗੱਲ ਇੱਕ ਤਰ੍ਹਾਂ ਨਾਲ ਸਮ ਅਪ ਕਰ ਦਿੱਤੀ ਜੀ ਸ਼ੁਰੂ ਦੇ ਵਿੱਚ ਕਿ ਸਟੇਟਸਮੈਨ ਦੀ ਜ਼ਰੂਰਤ ਹੈ। ਸਰ, ਹੁਣ ਜੋ ਭਗਵੰਤ ਮਾਨ ਜੀ ਵਿਅੰਗ ਕੱਸਦੇ ਨੇ, ਉਹਨਾਂ ਦੇ ਵਿਅੰਗ ਵਧੀਆ ਵੀ ਬੜੇ ਲੱਗਦੇ ਨੇ ਲੋਕਾਂ ਨੂੰ, ਪਰ ਕੀ ਆਪਾਂ ਇਸ ਮਸਲੇ ਤੇ ਜੋ ਕਿ ਪੰਚਾਇਤਾਂ ਨਾਲ ਜੁੜਿਆ ਹੈ, ਜਿਹੜਾ ਧਰਾਤਲ ਦੇ ਨਾਲ ਜੁੜਿਆ, ਜਿਸ 'ਚ ਲੱਖ ਤੋਂ ਵੱਧ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਪਿੰਡ ਦਾ ਜਿਹੜਾ ਇਨਸਾਨ ਹੈ ਜੀ, ਉਹ ਵੀ ਇਸ ਮਸਲੇ ਨੂੰ ਬਹੁਤ ਗਹਿਰਾਈ ਦੇ ਨਾਲ ਕਨੈਕਟਡ ਸੀ ਕਿ ਪੰਚਾਇਤਾਂ ਦੇ ਮਸਲੇ ਤੇ ਕੀ ਬਣਿਆ। ਸੋ ਹੁਣ ਜਦੋਂ ਗ੍ਰਾਸ ਰੂਟ ਦੇ ਜਿਹੜੇ ਵੋਟਰ ਨੇ ਭਗਵੰਤ ਮਾਨ ਜੀ ਦੇ, ਉਹਨਾਂ ਦੇ ਨਾਲ ਜੁੜਿਆ ਹੋਇਆ ਫੈਸਲਾ ਭਗਵੰਤ ਮਾਨ ਜੀ ਕਰਦੇ ਨੇ, ਤੇ ਇਹਦੇ ਵਿੱਚ ਉਹਨਾਂ ਦੀ ਸਲਾਹ ਵਾਲੀ ਕੌਂਸਲ ਕਿਹੜੀ ਆ? ਉਹ ਕਿੱਥੋਂ ਸਲਾਹ ਲੈਂਦੇ ਨੇ? ਕੀ ਇੱਕ ਮੁੱਖ ਮੰਤਰੀ ਸਿਰਫ ਆਪਣੇ ਆਪ ਹੀ ਇਕੱਲੇ ਹੀ ਫੈਸਲਾ ਕਰ ਲੈਂਦੇ ਨੇ ਕਿ ਉਹਨਾਂ ਦੇ ਨਾਲ ਕੋਈ ਐਡਵਾਈਜ਼ਰੀ ਕੌਂਸਲ ਹੁੰਦੀ ਆ, ਜਾਂ ਜਿਹੜਾ ਬਾਕੀ ਦੇ ਮੰਤਰੀ ਹੁੰਦੇ ਨੇ, ਪੂਰੀ ਕੈਬਨਿਟ, ਉਹਦਾ ਕੀ ਰੋਲ ਹੁੰਦਾ ਜੀ? ਪਲੀਜ਼। ਅਸਲ 'ਚ ਇਹ ਹੈਗਾ ਜੀ, ਇਹਨਾਂ ਜੋ 82 MLA ਸਾਹਿਬ ਉਹ ਹੈਗੇ ਆ ਜਿਹੜੇ ਸ਼ਾਇਦ ਪਹਿਲੀ ਵਾਰੀ ਚੁਣ ਕੇ ਆਏ ਆ। ਉਹਨਾਂ 'ਚ ਬਹੁਤ ਸਾਰੇ ਹੋਣੇ ਆ ਸ਼ਾਇਦ ਜਿਨ੍ਹਾਂ ਕੋਲ ਮੈਂਬਰ ਪੰਚਾਇਤ ਬਣਨ ਦਾ ਐਕਸਪੀਰੀਅੰਸ ਨਹੀਂ ਹੈਗਾ। ਮੈਂ ਨਹੀਂ ਕਹਿੰਦਾ ਵੀ ਉਹ ਮੈਂਬਰ ਪੰਚਾਇਤ ਬਣਨਾ ਜ਼ਰੂਰੀ ਹੈਗਾ, ਪਰ ਇਹ ਤੋਂ ਅਸੀਂ ਬਹੁਤ ਸਾਰੇ ਇਨਫਲੂਐਂਸਸ ਜਿਹੜੇ ਆ ਉਹ ਡਰੋ ਕਰ ਸਕਦੇ ਆ। ਜੇ ਭਗਵੰਤ ਮਾਨ ਜੀ ਪਾਰਟੀ ਦਾ ਕੰਮ ਵੀ ਦੇਖਦੇ ਆ, ਸਰਕਾਰ ਦਾ ਕੰਮ ਵੀ ਦੇਖਦੇ ਆ, ਇੱਧਰ ਉੱਧਰ ਬਾਹਰਲੇ ਪਾਰਟੀ ਲਈ ਬਾਹਰਲੇ ਸੂਬਿਆਂ ਦੇ ਵਿੱਚ ਵੀ ਇੱਕ ਦੂਤ ਦੇ ਤੌਰ ਤੇ ਕੰਮ ਕਰਦੇ, ਤੇ ਨੈਚੁਰਲੀ ਉਹਨਾਂ ਤੇ ਬਹੁਤ ਵੱਡਾ ਪ੍ਰੈਸ਼ਰ ਹੋਊਗਾ। 24 ਘੰਟੇ ਆ ਨਾ ਉਹਨਾਂ ਦੇ ਕੋਲ।
ਕਿਉਂਕਿ ਇਹ ਪਾਰਲੀਮੈਂਟਰੀ ਨਿਜ਼ਾਮ ਦੇ ਵਿੱਚ ਕਿਸੇ ਵੀ ਪਾਰਟੀ ਦਾ ਲੰਮਾ ਸਮਾਂ ਤਾਕਤ ਦੇ ਵਿੱਚ ਰਹਿਣਾ, ਉਹਦੇ ਲਈ ਪਾਰਟੀ ਸਟਰਕਚਰ ਦਾ ਜਿਹੜਾ ਹੈਗਾ ਢਾਂਚਾ ਬਹੁਤ ਮਜ਼ਬੂਤ ਹੋਣਾ ਚਾਹੀਦਾ, ਜਿਹੜਾ ਮਿਸਿੰਗ ਹੈਗਾ। ਤੁਸੀਂ ਦੇਖੋ, ਇਹਨਾਂ ਦੀ ਇੱਕ ਐਗਜ਼ਾਮਪਲ ਛੋਟੀ ਜਿਹੀ ਦਿੰਦਾ ਵਾਂ ਕਿ ਇੱਕ ਲੋਕ ਸਭਾ ਇਲੈਕਸ਼ਨ ਹੋਈ ਸੀ ਇਹਨਾਂ ਦੇ ਪਾਵਰ ਦੇ ਵਿੱਚ ਆਉਣ ਤੋਂ ਬਾਅਦ, ਉਹ ਇਹ ਹਾਰ ਗਏ ਸੀਗੇ ਉੱਥੇ ਆਪਣਾ ਸੰਗਰੂਰ ਦੇ ਵਿੱਚ। ਦੂਸਰੀ ਇਲੈਕਸ਼ਨ ਵਾਸਤੇ ਇਹ ਪਾਰਟੀ ਕਲੇਮ ਕਰਦੀ ਆ ਕਿ ਸਾਡੀ ਕੋਲ ਭਗਵੰਤ ਮਾਨ ਹੋਣੀ ਤੇ 14 ਦੇ ਵਿੱਚ ਹੀ ਸ਼ਾਮਲ ਹੋਏ ਜਦੋਂ ਇਹਨਾਂ ਨੂੰ ਟਿਕਟ ਮਿਲੀ ਸੀਗੀ। ਪਾਰਟੀ 12 ਤੋਂ 13 ਤੋਂ ਸ਼ੁਰੂ ਹੋਈ ਸੀ, 13 ਦੇ ਉੱਤੋਂ। ਇਹਨਾਂ ਕੋਲ ਆਪਣਾ ਕੈਂਡੀਡੇਟ ਨਹੀਂ ਸੀਗਾ, ਉੱਥੋਂ ਕੈਂਡੀਡੇਟ ਇਹਨਾਂ ਨੂੰ ਕਾਂਗਰਸ ਵਾਲੇ ਪਾਸੇ ਤੋਂ ਕੈਂਡੀਡੇਟ ਨੂੰ ਪੁੱਟ ਕੇ ਜਿਹੜਾ ਉਹ ਲੈ ਕੇ ਆਉਣਾ ਪਿਆ। ਔਰ ਇਹਦਾ ਮਤਲਬ ਇਹ ਹੈਗਾ ਕਿ ਪਾਰਟੀ ਨਿਜ਼ਾਮ, ਪਾਰਟੀ ਢਾਂਚਾ ਜਿਹੜਾ ਵਾ ਉਹ ਬਹੁਤ ਜ਼ਿਆਦਾ ਨਾ ਤੇ ਇਹਨਾਂ ਨੇ ਜਿਹੜਾ ਅਸਲ ਦੇ ਵਿੱਚ ਸ਼ੁਰੂ ਦੇ ਵਿੱਚ ਜਦੋਂ ਇਹ ਆਮ ਆਦਮੀ ਪਾਰਟੀ ਬਣੀ ਸੀਗੀ, ਜਿੰਨਾ ਕਿ ਸਾਨੂੰ ਨੌਲੇਜ ਹੈਗਾ ਵਾ, ਉਹ ਇਹ ਸੀਗਾ ਕਿ ਅਸੀਂ ਇੱਕ ਆਲਟਰਨੇਟਿਵ ਰਾਜਨੀਤੀ ਲੈ ਕੇ ਆਉਣੀ ਆ। ਔਰ ਆਲਟਰਨੇਟਿਵ ਰਾਜਨੀਤੀ ਲਿਆਉਣ ਵਾਸਤੇ ਸਾਨੂੰ ਪਾਰਟੀ ਦਾ ਸੰਗਠਨ ਤਿਆਰ ਕਰਨਾ ਬਹੁਤ ਜ਼ਰੂਰੀ ਆ। ਸਾਨੂੰ ਲੋਕਾਂ ਦੇ ਕੋਲ ਜਾਣਾ ਪਊਗਾ, ਸਾਨੂੰ ਲੋਕਾਂ ਨੂੰ ਜਿਹੜਾ ਵੀ ਦਾ ਪੀਪਲ ਫਸਟ ਪਰਸਨ 'ਚ ਲੈਣਾ ਪਊਗਾ, ਉਹਨਾਂ ਨੂੰ ਸਾਹਮਣੇ ਰੱਖ ਕੇ ਅਸੀਂ ਅਗਲੇ ਪਾਸੇ ਵੱਲ ਚੱਲਾਂਗੇ। ਹੋਇਆ ਕਿ ਆਲਟਰਨੇਟਿਵ ਰਾਜਨੀਤੀ ਦੇ ਥਾਂ ਦੇ ਉੱਤੇ ਆਲਟਰਨੇਟਿਵ ਪਾਵਰ ਆ ਗਈ। 2014 ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਰਿਸਪੌਂਸ ਦੇ ਦਿੱਤਾ, 22 ਦੇ ਵਿੱਚ ਅਨਪ੍ਰੈਸੀਡੈਂਟ ਰਿਸਪੌਂਸ ਜਿਹੜਾ ਉਹਦੇ ਵਿੱਚੋਂ ਇਹਨਾਂ ਨੂੰ ਮਿਲ ਗਿਆ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਜਿਸ ਕਿਸਮ ਦੀ ਪੋਲੀਟੀਕਲ ਜਿਹੜੀ ਅਸੀਂ ਆਪਾਂ ਕਹਿੰਦੇ ਆ ਕਿ ਸਟੇਟਸਮੈਨਸ਼ਿਪ ਦੀ ਅਸੀਂ ਐਕਸਪੈਕਟ ਕਰਦੇ ਸੀਗੇ, ਜਾਂ ਜਿਸ ਕਿਸਮ ਦਾ, ਕਿਉਂਕਿ ਹੋ ਕੀ ਰਿਹਾ ਹੈਗਾ ਕਿ ਪਾਵਰਾਂ ਸਾਰੀਆਂ ਸੈਂਟਰਲਾਈਜ਼ਡ ਹੈ, ਚਾਹੇ ਉਹ ਭਗਵੰਤ ਮਾਨ ਜੀ ਕੋ ਹੋਣ ਤੇ ਚਾਹੇ ਭਗਵੰਤ ਮਾਨ ਜੀ ਦੀ ਜਿਹੜੀ ਹਾਈ ਕਮਾਂਡ ਆ ਉਹਦੇ ਕੋਲ ਹੋਣ। ਜਿਹੜਾ ਕਨਸੈਪਟ ਆਫ ਹਾਈ ਕਮਾਂਡ ਆ, ਅਸਲ ਵਿੱਚ ਸਾਡਾ ਜਿਹੜਾ ਕ੍ਰਾਈਸਿਸ ਆਫ ਗਵਰਨੈਂਸ ਹੈਗਾ, ਜਾਂ ਜਿਹੜਾ ਖਾਸ ਕਰਕੇ ਚੈਲੰਜਸ ਟੂ ਦਾ ਡਿਸੀਜਨ ਮੇਕਿੰਗ ਪ੍ਰੋਸੈਸ ਆ, ਉਹ ਉਹਦੇ ਵਿੱਚ ਵਾ। ਔਰ ਇਹ ਪਾਰਟੀ ਉਹਦੇ ਤੋਂ ਬਾਹਰ ਨਹੀਂ ਹੈਗੀ। ਪੂਰਾ ਮੰਤਰੀ ਮੰਡਲ ਹੈ ਜੀ ਉਹਨਾਂ ਦਾ, ਕੋਈ ਐਡਵਾਈਜ਼ਰੀ ਕਮੇਟੀ, ਪਹਿਲਾਂ ਆਪਣੇ ਵਿਧਾਨ ਸਭਾ ਤੋਂ ਉੱਪਰ ਵੀ ਇੱਕ ਵਿਧਾਨ ਪਰਿਸ਼ਦ ਹੁੰਦੀ ਸੀ। ਸੋ ਆਪਾਂ ਮੰਨ ਸਕਦੇ ਸੀ ਵੀ ਕਿਤੇ ਨਾ ਕਿਤੇ ਵਧੀਆ ਢੰਗ ਦੇ ਨਾਲ ਬਹਿਸ ਚਰਚਾਵਾਂ ਹੁੰਦੀਆਂ ਹੋਣਗੀਆਂ ਸਰ। ਪਰ ਅੱਜ ਦੇ ਸਮੇਂ 'ਚ ਮੁੱਖ ਮੰਤਰੀ, ਕਿਉਂਕਿ ਮੈਂ ਇਹ ਸਵਾਲ ਤਾਂ ਪੁੱਛ ਰਹੀ ਹਾਂ ਕਿ ਮੈਨੂੰ ਇਹ ਦੱਸੋ ਕਿ ਕੀ ਆਪਾਂ ਮੁੱਖ ਮੰਤਰੀ ਸਾਹਿਬ ਨੂੰ ਬਲੇਮ ਕਰੀਏ ਕਿ ਤੁਸੀਂ ਮੁੱਕਰਦੇ ਹੋ, ਤੁਸੀਂ ਆਪਣੇ ਫੈਸਲੇ ਲੈਂਦੇ ਹੋ ਔਰ 20 ਦਿਨਾਂ ਬਾਅਦ ਹੀ ਉਸ ਫੈਸਲੇ ਤੋਂ ਮੁੱਕਰ ਜਾਂਦੇ ਹੋ, ਕਿ ਮੁੱਖ ਮੰਤਰੀ ਸਾਹਿਬ ਦੇ ਪੂਰੇ ਮੰਤਰੀ ਮੰਡਲ ਔਰ ਜਿੰਨਾ ਵੀ ਬਿਊਰੋਕ੍ਰੇਸੀ ਅਮਲਾ ਫੈਲਾ ਔਰ ਜਿੰਨੇ ਵੀ ਲੀਗਲ, ਕਿਉਂਕਿ ਇਹ ਗੈਰ ਕਾਨੂੰਨੀ ਕਿਹਾ ਗਿਆ ਹੈਗਾ, ਗੈਰ ਕਾਨੂੰਨੀ ਫੈਸਲਾ ਸੀ, ਪੂਰੇ ਲੀਗਲ ਤੰਤਰ ਨੂੰ ਵੀ ਨਾਲ ਹੀ ਆਪਾਂ ਲੈ ਕੇ ਬਲੇਮ ਕਰੀਏ ਇਕੱਲੇ ਮੁੱਖ ਮੰਤਰੀ ਸਾਹਿਬ ਨੂੰ? ਪਲੀਜ਼। ਅਸਲ ਦੇ ਵਿੱਚ ਇਹ ਸਮੱਸਿਆ ਹੀ ਸਾਡੀ ਇੱਥੇ ਹੈਗੀ। ਤੁਸੀਂ ਦੇਖੋ ਕਿ ਕਦੀ ਕੋਈ ਮੰਤਰੀ ਜਿਹੜਾ ਹੈਗਾ ਪਬਲਿਕ ਡੋਮੇਨ ਦੇ ਵਿੱਚ ਕੋਈ ਆਰਟੀਕੂਲੇਟ ਕਰਦਾ ਦਿਸਿਆ ਨਹੀਂ ਹੈ। ਜਿਸ ਤਰੀਕੇ ਨਾਲ ਮੰਤਰੀਆਂ ਨੂੰ ਬਦਲਿਆ ਜਾਂਦਾ, ਥੋੜਾ ਜਿਹਾ ਵੀ ਮੰਤਰੀ ਜਿਹੜਾ ਹੈਗਾ ਵਾ ਉਹ ਨਿਊਜ਼ ਦੇ ਵਿੱਚ ਆਉਣਾ ਚਾਹੁੰਦਾ। ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਪਿਛਲੇ ਜਿਹੜੇ ਸੀਗੇ ਪੰਚਾਇਤੀ ਮਿਨਿਸਟਰ ਸੀਗੇ, ਉਹ ਸਾਡੇ ਮਾਝੇ ਵਾਲੇ ਪਾਸੇ ਤੋਂ ਸੀਗੇ। ਉਹ ਲੰਮਾ ਸਮਾਂ ਕਿਉਂਕਿ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਬਹੁਤ ਵੱਡਾ ਕਬਜ਼ਾ ਹੋਇਆ ਪਿਆ ਵਾ। ਉਹ ਕਬਜ਼ਾ ਨਹੀਂ, ਮੈਂ ਕਰ ਰਿਹਾ ਜੀ ਧਾਲੀਵਾਲ ਸਾਹਿਬ ਦੀ, ਜੀ ਕੁਲਦੀਪ ਸਿੰਘ ਧਾਲੀਵਾਲ ਦੀ ਗੱਲ ਕਰਦਾ। ਔਰ ਉਹ ਲਗਾਤਾਰ ਨਿਊਜ਼ ਦੇ ਵਿੱਚ ਆ ਰਹੇ ਸੀਗੇ, ਔਰ ਉਹ ਜਿਸ ਤਰੀਕੇ ਦੇ ਨਾਲ ਉਹਨਾਂ ਜਿੰਨਾ ਵੀ ਕੰਮ ਕਰ ਸਕੇ ਆ, ਜੋ ਵੀ ਉਹਨਾਂ ਨੇ ਕੀਤਾ ਵਾ, ਹੀ ਵਾਸ ਆਲਵੇਜ਼ ਇਨ ਦਾ ਨਿਊਜ਼। ਔਰ ਉਹਨਾਂ ਕੋਲ ਦੋ ਇੰਪੋਰਟੈਂਟ ਡਿਪਾਰਟਮੈਂਟ ਸੀਗੇ, ਇੱਕ ਪੰਚਾਇਤਾਂ ਵਾਲਾ ਸੀ, ਖੇਤੀਬਾੜੀ ਵਾਲਾ ਸੀਗਾ। ਜਿਉਂ ਹੀ ਉਹ ਨਿਊਜ਼ ਦੇ ਵਿੱਚ ਆਉਣਾ ਸ਼ੁਰੂ ਆਏ, ਉਹਨਾਂ ਨੂੰ ਲਾਂਭੇ ਕਰਕੇ ਉਹਨਾਂ ਨੂੰ ਦੂਸਰੇ ਪਾਸੇ ਲੈਂਦਾ। ਸਮੱਸਿਆ ਇਹ ਹੁੰਦੀ ਆ ਕਿ ਜਦੋਂ ਇਹ ਮੈਂ ਨਹੀਂ ਕਹੂੰਗਾ ਕਿ ਤੁਸੀਂ ਇਹਨੂੰ ਪਿੱਛੇ ਸੁੱਚਾ ਸਿੰਘ ਛੋਟੇਪੁਰ ਹੋਣਾ ਤੱਕ ਵੀ ਸੋਚ ਰਹੇ ਹੋ ਸਰ? ਉਹ ਪੁਰਾਣੀ ਗੱਲ ਹੋ ਗਈ। ਉਹ ਤੋਂ ਪਹਿਲਾਂ ਜਿਹੜੇ ਪਾਰਟੀ ਨੂੰ ਬਣਾਉਣ ਵਾਲੇ ਸੀਗੇ, ਉਹਦੇ ਵਿੱਚ ਸ਼ਾਂਤੀ ਭੂਸ਼ਣ ਜੀ ਸੀਗੇ, ਪ੍ਰਸ਼ਾਂਤ ਭੂਸ਼ਣ ਸੀਗੇ, ਜੋਗਿੰਦਰ ਯਾਦਵ ਸੀਗੇ, ਪ੍ਰੋਫੈਸਰ ਆਨੰਦ ਕੁਮਾਰ ਸੀਗੇ, ਪ੍ਰੋਫੈਸਰ LK ਝਾ ਸੀਗੇ, ਪ੍ਰੋਫੈਸਰ ਐਡਮਿਰਲ ਰਾਮਦਾਸ ਸੀਗੇ, ਹੋਰ ਬਹੁਤ ਸਾਰੇ ਲੋਕ ਸੀਗੇ ਜਿਨ੍ਹਾਂ ਨੂੰ ਜਿਹੜਾ ਹੈਗਾ ਸੀ ਉਹ ਲਾਂਭੇ। ਛੋਟੇਪੁਰ ਤਾਂ ਬਹੁਤ ਬਾਅਦ ਚ ਆਉਂਦੇ ਆ, ਛੋਟੇਪੁਰ 14 ਦੇ ਵਿੱਚ ਆਉਂਦੇ ਆ, ਔਰ ਉਸ ਤੋਂ ਬਾਅਦ 15-16 ਨੂੰ ਤੋੜ ਦਿੱਤਾ ਜਾਂਦਾ। ਪ੍ਰੋਬਲਮ ਇਸ ਪਾਰਟੀ ਦੀ ਹੈਗੀ ਆ ਕਿ ਇਹ ਬਿਲਕੁਲ ਆਪਣੇ ਜਿਹੜੇ ਡਿਕਲੇਅਰਡ ਪ੍ਰਿੰਸੀਪਲਸ ਹੈਗੇ ਆ, ਉਹ ਜਸਟ ਆਪੋਜ਼ਿਟ ਜਾ ਰਹੀ ਹੈ। ਡਿਕਲੇਅਰਡ ਪ੍ਰਿੰਸੀਪਲ ਦੇ ਵਿੱਚ ਸਵਰਾਜ ਦੇ ਵਿੱਚ ਹੁੰਦਾ ਡੀਸੈਂਟਰਲਾਈਜ਼ ਕਰੋ ਡਿਸੀਜਨ ਮੇਕਿੰਗ ਪ੍ਰੋਸੈਸ, ਡੀਸੈਂਟਰਲਾਈਜ਼ ਕਰੋ ਜਿਹੜਾ ਹੈਗਾ ਸੀਗਾ, ਤੁਹਾਡੀ ਰਿਸਪੌਂਸਿਬਿਲਿਟੀ ਆ। ਇੱਥੇ ਸੈਂਟਰਲਾਈਜੇਸ਼ਨ ਸਭ ਕੁਝ ਹੈਗਾ, ਪਾਵਰ ਵੀ ਸੈਂਟਰਲਾਈਜੇਸ਼ਨ ਹੈਗੀ ਆ, ਡਿਸੀਜਨ ਦੀ ਵੀ ਸੈਂਟਰਲਾਈਜੇਸ਼ਨ ਆ। ਡੀਸੈਂਟਰਲਾਈਜੇਸ਼ਨ ਜਾਂ ਤਾਂ ਇਹ ਦੇ ਹੁਕਮਾਂ ਦੀ ਹੈਗੀ ਵੀ ਸਾਡਾ ਉਹਨੂੰ ਪਾਲਣਾ ਕਰ ਲਓ, ਨਹੀਂ ਤਾਂ ਤੁਸੀਂ ਲਾਂਭੇ ਹੋ ਜਾਓ। ਹੋ ਕੀ ਰਿਹਾ ਹੈ, ਤੁਸੀਂ ਪਿਛਲੇ ਸਮੇਂ 'ਚ ਦੇਖ ਰਹੇ ਜੋ ਕਿਹੜੇ ਲੋਕ ਇਹਨਾਂ ਦੇ ਨਾਲ ਆ ਰਹੇ ਆ। ਹੁਣ ਇਹ ਜਿਹੜਾ ਖਾਸ ਕਰਕੇ ਤੁਸੀਂ ਦੇਖੋ, ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਪੂਰੀ ਦੀ ਪੂਰੀ ਇਹਨਾਂ ਡਿਫੈਕਟ ਕਰਾਤੀ, ਫਿਰ ਹੁਸ਼ਿਆਰਪੁਰ ਹੋ ਗਿਆ, ਸ਼ਹਿਦ ਮੋਗਾ ਹੋ ਗਿਆ, ਜਾਂ ਇਸੇ ਤਰੀਕੇ ਨਾਲ ਹੋਰ ਤਰੀਕੇ ਨਾਲ ਲੋਕੀ ਆ ਰਹੇ। ਹਫੜਾ ਦਫੜੀ ਪਈ ਆ, ਸੈਂਸ ਆਫ ਇਨਸਿਕਿਉਰਿਟੀ ਆ, ਤੇ ਲੀਡਰਸ਼ਿਪ ਨੂੰ ਆਪਣੀ ਕੈਪੇਬਿਲਿਟੀ ਕੈਪੈਸਿਟੀ ਦੇ ਉੱਤੇ ਯਕੀਨ ਨਾ ਹੋਣ ਦਾ ਹੀ ਰਿਜ਼ਲਟ ਹੁੰਦਾ ਕਿ ਕਈ ਵਾਰੀ ਉਹ ਹਫੜਾ ਦਫੜੀ ਸ਼ਾਰਟ ਟਰਮ। ਇਹ ਫੈਸਲਾ ਕਿਉਂ ਲਿਆ, ਮੈਨੂੰ ਮੋਟੀ ਜੀ ਮੇਰੀ ਸਮਝ ਹੈਗੀ ਆ। ਫੈਸਲਾ ਇਹ ਲਿਆ ਕਿ 6 ਮਹੀਨੇ ਅਜੇ ਇਲੈਕਸ਼ਨ ਦੇ ਵਿੱਚ ਹੋਣ ਦੇ ਵਿੱਚ ਰਹਿੰਦੇ ਸੀਗੇ,
2024 ਦੇ ਵਿੱਚ ਇਲੈਕਸ਼ਨਸ ਹੋ ਰਹੀਆਂ ਵਾ। ਇਹਨਾਂ ਨੂੰ ਇਹ ਲੱਗਦਾ ਸੀ ਕਿ ਇਸ ਇਲੈਕਸ਼ਨ ਦੇ ਵਿੱਚ ਅਸੀਂ ਮੋਬਿਲਾਈਜੇਸ਼ਨ ਕਰ ਲਵਾਂਗੇ। ਇਹ ਗੱਲ ਠੀਕ ਹੈਗਾ ਕਿ ਜਿਹੜੀ ਸਰਕਾਰ ਹੁੰਦੀ ਸਰਪੰਚ ਉਹਦੇ ਬਣ ਜਾਂਦੇ, ਕੋਈ ਉਹਦੇ ਵਿੱਚ ਕੋਈ ਬਹੁਤ ਦੋ ਰਾਮਾਂ ਨਹੀਂ ਹੁੰਦੀਆਂ। ਜਿਹੜੀ ਸਰਕਾਰ ਹੁੰਦੀ ਆ ਉਹਦੇ ਵਿੱਚ ਜਿਹੜੀਆਂ ਹੋਰ ਗ੍ਰਾਸ ਰੂਟ ਲੈਵਲ ਇੰਸਟੀਟਿਊਸ਼ਨ 'ਚ ਲੋਕ ਆ ਜਾਂਦੇ ਆ। ਪਰ ਇਹਨਾਂ ਨੂੰ ਇਹ ਕਿਉਂ ਨਹੀਂ ਗੱਲ ਸਮਝ ਆਈ ਵੀ ਭਾਈ ਇੱਕ ਪਾਸੇ ਤਾਂ ਤੁਸੀਂ ਲੜਾਈ ਲੜ ਰਹੇ ਹੋ ਦੇਸ਼ ਦੇ ਵਿੱਚ ਡੈਮੋਕ੍ਰੇਸੀ ਦੀ, ਕਿ ਦਿੱਲੀ ਦੇ ਵਿੱਚ ਤੁਸੀਂ ਆਹ ਕਰ ਰਹੇ ਹੋ, ਪੰਜਾਬ ਦੇ ਵਿੱਚ ਚੁਣੀ ਹੋਈ ਸਰਕਾਰ ਨੂੰ ਗਵਰਨਰ ਸਾਹਿਬ ਚੁਣ ਨਹੀਂ ਦੇ ਰਿਹਾ, ਤੇ ਦੂਸਰੇ ਪਾਸੇ ਜਿਹੜੀ ਗ੍ਰਾਸ ਰੂਟ ਲੈਵਲ ਡੈਮੋਕ੍ਰੈਟਿਕ ਸਿਸਟਮ ਸੀਗਾ, ਪ੍ਰੋਸੈਸ ਸੀਗਾ ਜਾਂ ਇੰਸਟੀਟਿਊਸ਼ਨ ਸੀਗੀਆਂ, ਤੁਸੀਂ ਉਹਨੂੰ ਡਿਮੋਲਿਸ਼ ਕਰਨ ਦੇ ਲੱਗੇ ਹੋ। ਕਿਹੜਾ ਤੁਹਾਡੇ ਕੋਲ ਲੌਜਿਕ ਰਹਿ ਗਿਆ ਜਦੋਂ ਤੁਸੀਂ ਇਹ ਜਿਹੜਾ ਹੈਗਾ ਗਵਰਨਰ ਸਾਹਿਬ ਨਾਲ ਗੱਲ ਕਰੋਗੇ ਜਾਂ ਤੁਸੀਂ ਕੇਂਦਰ ਸਰਕਾਰ ਦੇ ਨਾਲ ਗੱਲ ਕਰੋਗੇ? ਇੱਕ ਇਮੀਡੀਏਟਲੀ ਇੱਕ ਰੋਂਗਲੀ ਜਿਹੜੀ ਇਹਨਾਂ ਨੂੰ ਐਡਵਾਈਸ ਸੀਗੀ, ਸ਼ਾਰਟਕਟ ਮੈਥਡ ਸੀਗਾ ਵੀ ਇਹਨੂੰ ਕਰਕੇ ਹਫੜਾ ਦਫੜੀ ਕਰਕੇ ਪੰਚਾਇਤਾਂ ਦੀ ਇਲੈਕਸ਼ਨ ਹੋਣੀਆਂ ਨਹੀਂ ਸੀ, ਕੋਰਟ ਦੇ ਵਿੱਚ ਜਾਣਾ ਸੀਗਾ ਨਾ। ਤਾਂ ਜੇ ਤੁਹਾਡੇ ਜਿਹੜੇ ਰੋਲਸ ਹੈਗੇ ਆ ਉਹ ਅਪਡੇਟ ਹੋਏ ਆ, ਜਿਹੜੀਆਂ ਖਾਸ ਕਰਕੇ ਵੋਟਰ ਲਿਸਟਾਂ ਹੈਗੀਆਂ, ਹੋਰ ਕਈ ਕਿਸਮ ਦੇ ਟੈਕਨੀਕਲਿਟੀ ਜਿਹੜੀਆਂ ਇਸ਼ੂਜ਼ ਉਹਦੇ ਵਿੱਚ ਆਉਣੇ ਸੀਗੇ। ਦੂਸਰਾ ਸੀਗਾ ਸਿੱਧੇ ਤੌਰ ਤੇ ਤੁਸੀਂ ਜਿਹੜੀ ਕਾਨਸਟੀਟਿਊਸ਼ਨਲ ਦੇ ਦੁਆਰਾ ਕ੍ਰੀਏਟ ਕੀਤੀਆਂ ਹੋਈਆਂ ਇੰਸਟੀਟਿਊਸ਼ਨਸ ਹੈਗੀਆਂ ਵਾ, ਤੁਸੀਂ ਉਹਨੂੰ ਡਿਮੋਲਿਸ਼ ਕਰ ਦਿੱਤਾ, ਤੁਸੀਂ ਉਹਨੂੰ ਤੋੜ ਕੇ ਕਰ। ਤਾਂ ਤੁਹਾਨੂੰ ਲੱਗਦਾ ਕਿ 2024 ਨੂੰ ਮੱਦੇਨਜ਼ਰ ਰੱਖਦੇ ਇਹਨਾਂ ਨੇ ਪੰਚਾਇਤਾਂ ਭੰਗ ਕੀਤੀਆਂ ਸੀ ਤਾਂ ਕਿ ਇਹ ਜਿਹੜੀ ਵੋਟਰ ਇਕੁਏਸ਼ਨ ਹੈ, ਉਹਨਾਂ ਜਿਹੜੀਆਂ ਸਮੀਕਰਨ ਨੇ ਲੋਕਾਂ ਦੇ ਆਪਸ ਦੇ ਵਿੱਚ ਸਰਪੰਚਾਂ ਦੇ ਨਾਲ ਜਿਹੜੇ ਪੁਰਾਣੇ ਚੁਣੇ ਹੋਏ ਸੀ ਪਿਛਲੀ ਸਰਕਾਰ ਵੇਲੇ ਦੇ, ਉਹਨਾਂ ਨੂੰ ਬਦਲ ਕੇ ਕਿਸੇ ਤਰ੍ਹਾਂ 2024 ਦੀ ਤਿਆਰੀ ਕੀਤੀ ਜਾਵੇ ਤੇ ਜਨਵਰੀ ਤੋਂ ਪਹਿਲਾਂ ਹੀ ਇਹ ਚੀਜ਼ ਨੂੰ ਭੰਗ ਕਰਕੇ। ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਇਹਨਾਂ ਨੂੰ ਕਾਮਯਾਬੀ ਮਿਲੀ ਹੈ ਕਿ ਉਲਟਾ ਨੁਕਸਾਨ ਹੋਇਆ ਹੈ ਜ਼ਿਆਦਾ? ਦੇਖੋ, ਨੁਕਸਾਨ ਤਾਂ ਕਾਮਯਾਬੀ ਤਾਂ ਨਹੀਂ ਮਿਲੀ, ਹੁਣ ਨੁਕਸਾਨ ਆਉਣ ਵਾਲਾ ਸਮਾਂ ਦੱਸੂਗਾ। ਇਹਨਾਂ ਦੀ ਜਿਹੜੀ ਮੇਰੇ ਖਿਆਲ ਨਾਲ ਕਿ ਜਿਹੜੀ ਕਿਹਾ ਜਾ ਸਕਦਾ ਕਿ ਇਹਨਾਂ ਦੀ ਅੰਡਰਸਟੈਂਡਿੰਗ ਇਹ ਹੋ ਸਕਦੀ ਕਿ ਹੁਣ ਪੰਜਾਬ ਬਾਈਪੋਲਰ ਪੋਲਿਟਿਕਸ ਨਹੀਂ ਹੈਗੀ, ਪੰਜਾਬ ਦੇ ਵਿੱਚ ਮਲਟੀਪੋਲਰ ਪੋਲਿਟਿਕਸ ਹੈਗੀ ਆ, ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਹੈਗੀ ਆ, ਅਕਾਲੀ ਦਲ ਕਿਸੇ ਪਾਸੇ ਲੱਗ ਨਹੀਂ ਰਿਹਾ, ਕਾਂਗਰਸ ਆਪਣੇ ਥਾਂ ਖੜੀ ਹੈਗੀ ਤੇ ਬੀਜੇਪੀ ਵੀ ਇੱਕ ਧਿਰ ਵਾ। ਇਹ ਚਾਰ ਧਿਰੀ ਮੁਕਾਬਲਾ ਹੈਗਾ। ਜੇ ਅਸੀਂ ਤੋੜ ਫੋੜ ਦੇ ਨਾਲ ਜਾਂ ਇਸ ਕਿਸਮ ਦੀ ਸਿਚੁਏਸ਼ਨ ਕ੍ਰੀਏਟ ਕਰਕੇ ਜਾਂ ਅਨਸਰਟਨਟੀ ਕ੍ਰੀਏਟ ਕਰਕੇ ਜਾਂ ਹਾਰਸ ਟ੍ਰੇਡਿੰਗ ਥੱਲੇ ਪਾਸੇ ਕ੍ਰੀਏਟ ਕਰਕੇ ਜਾਂ ਉਹਦੇ ਵਿੱਚ ਆਪਣੀ ਪੋਲਿਟਿਕਸ ਨੂੰ ਜਿਹੜਾ ਇਨਕਲੂਡ ਕਰਕੇ ਜੇ ਅਸੀਂ 30-35% ਵੋਟਾਂ ਲੈ ਜਾਈਏ ਤੇ ਸਾਡੇ ਜਿਹੜੇ ਕੈਂਡੀਡੇਟ ਜ਼ਿਆਦਾ ਜਿੱਤ ਜਾਣਗੇ। ਇਹ ਬਹੁਤ ਸ਼ਾਰਟ ਟਰਮ ਅਨਕਨਸਟੀਟਿਊਸ਼ਨਲ ਜਿਹੜੀ ਇਹਨਾਂ ਦੀ ਇਸ ਕਿਸਮ ਦਾ ਜਿਹੜਾ ਹੈਗਾ ਸੀਗਾ ਏਜੰਡਾ ਹੋ ਸਕਦਾ ਵਾ ਕਿ ਜਿਹੜੇ ਏਜੰਡੇ ਨੂੰ ਖਾਸ ਕਰਕੇ ਜਦੋਂ ਤੁਸੀਂ ਕਹਿੰਦੇ ਆ ਵੀ ਹਾਈ ਕੋਰਟ ਨੇ ਕੀਤਾ ਔਰ ਇਹ ਮੇਜਰ ਸੈਟਬੈਕ ਆ। ਜਿਹੜੇ ਪਹਿਲੇ ਫੈਸਲੇ ਲਏ ਸੀ ਕਿ ਉਹ ਇੱਕ ਜਿਹੜਾ ਹੁੰਦਾ ਸੀ ਮੋਟਰਸਾਈਕਲ ਵਾਲਾ ਵਾਪਸ ਲੈ ਲਿਆ, ਉਹ ਕੋਈ ਬਹੁਤਾ ਕੋਈ ਇਨਸਿਗਨੀਫੀਕੈਂਟ ਸੀਗਾ। ਉਹ ਅਸੀਂ ਕਹਿ ਸਕਦੇ ਸੀ ਕਿ ਇਹ ਕਨਸਟੀਟਿਊਸ਼ਨਲ ਜਿਹੜਾ ਸਿਸਟਮ ਸੀਗਾ, ਇਹਦੇ ਨਾਲ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਖਾਸ ਕਰਕੇ ਅਕਾਲੀ ਦਲ ਜਿਹੜੀ ਹੈਗੀ ਜਾਂ ਦੂਸਰੇ ਹੈਗੇ ਆ, ਉਹਨਾਂ ਨੂੰ ਫॉर द ਟਾਈਮ ਬੀਇੰਗ ਇਹ ਐਡਵਾਂਟੇਜ ਮਿਲ ਗਿਆ ਇਸ ਸਰਕਾਰ ਨੂੰ ਇਹ ਕਹਿਣ ਵਾਸਤੇ ਕਿ ਇਹਦਾ ਜਿਹੜੀਆਂ ਚੁਣੀਆਂ ਹੋਈਆਂ ਜਿਹੜੀਆਂ ਇੰਸਟੀਟਿਊਸ਼ਨਸ ਹੈਗੇ ਆ, ਲੋਕ ਹੈ, ਉਹ ਜਾਂ ਉਹ ਮਰਿਆਦਾ ਜਿਹੜੀ ਹੁੰਦੀ ਉਹਦੇ ਤੇ ਕੋਈ ਬਹੁਤਾ ਜ਼ਿਆਦਾ ਯਕੀਨ ਨਹੀਂ ਹੈਗਾ। ਤੇ ਇਸ ਕਰਕੇ ਇਹ ਜਿਹੜੀ ਇਸ ਰੂਲਿੰਗ ਪਾਰਟੀ ਲਈ ਤਾਂ ਘੱਟੋ ਘੱਟ ਜਿਹੜਾ ਫॉर द ਟਾਈਮ ਬੀਇੰਗ, ਭਾਵੇਂ ਕਿ ਇਹਨਾਂ ਨੂੰ ਸਮਝ ਨਹੀਂ ਆਉਂਦੀ ਇਹ ਗੱਲ, ਬਹੁਤ ਇਹ ਲੈਸਨ ਨਹੀਂ ਸਿੱਖਦੇ। ਲੈਸਨ ਇਸ ਕਰਕੇ ਨਹੀਂ ਸਿੱਖਦੇ ਕਿ ਇਹ ਲੈਸਨ ਸਿੱਖਣ ਲਈ ਕਹਿ ਦਿੰਦੇ ਆ ਕਿ ਫਿਰ ਸਾਨੂੰ ਸਾਡੇ ਅੰਦਰ ਵੀਕਨੈਸ ਹੈਗੀ ਆ, ਇਹ ਹੋਰ ਅੱਗੇ ਜਾਣਗੇ ਕਿ ਇਹ ਗਲਤੀ ਕੀਤੀ ਆ, ਇਹ ਤੋਂ ਅੱਗੇ ਹੋਰ ਇਦਾਂ ਦੀਆਂ ਗਲਤੀਆਂ ਕਰਦੇ ਰਹਿਣਗੇ ਤਾਂ ਅਲਟੀਮੇਟਲੀ ਫਿਰ ਜਿਹੜਾ ਉਹਦਾ ਖਮਿਆਜਾ ਹੈ ਲੋਕ ਭੁਗਤਣਗੇ। ਲੋਕ ਮੈਂ ਇਸ ਕਰਕੇ ਕਹਿੰਦਾ ਪੀਪਲ ਆਫ ਪੰਜਾਬ ਉਹ ਜਿਹੜੇ ਆ ਦੇ ਵਾਂਟ ਟੂ ਗੈਟ ਰਿਡ ਆਫ ਦਾ ਡਰਟ ਪੋਲਿਟਿਕਸ ਆਫ ਟ੍ਰੈਡੀਸ਼ਨਲ ਪਾਰਟੀਜ਼, ਕਿ ਉਹਨਾਂ ਤੋਂ ਖਹਿੜਾ ਛਡਾਉਣਾ ਚਾਹੁੰਦੇ ਸੀ। ਜੇ ਇਹ ਲੋਕਾਂ ਨੂੰ ਹੋਪਲੈਸਨੈਸ 'ਚ ਲੈ ਕੇ ਜਾਣਗੇ ਤੇ ਮੈਨੂੰ ਜਾਪਦਾ ਵੀ ਇਹ ਤੋਂ ਵੱਡਾ ਕ੍ਰਾਈਮ, ਕਿਉਂਕਿ ਇਹਨਾਂ ਦੀ ਜ਼ਿੰਮੇਵਾਰੀ ਬਹੁਤ ਸੀ। ਲੋਕਾਂ ਨੇ ਇਹਨਾਂ ਨੂੰ ਵਿਸ਼ਵਾਸ ਅੱਖਾਂ ਮੀਟ ਕੇ ਇਹਨਾਂ ਨੂੰ ਏਡਾ ਵੱਡਾ ਮੈਂਡੇਟ, ਏਡਾ ਵੱਡਾ ਇਹਨਾਂ ਦਾ ਵਿਸ਼ਵਾਸ ਜਿਹੜਾ ਪ੍ਰਗਟ ਕੀਤਾ ਸੀਗਾ। ਤਾਂ ਇਸ ਕਰਕੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹੋ ਜਿਹੇ ਖੇਲ ਇਹ ਨਾ ਖੇਲਣ। ਸੇਖੋ ਜੀ, ਤੁਸੀਂ ਬਹੁਤ ਵਧੀਆ ਗੱਲ ਕਹੀ ਕਿ ਜੋ ਪੰਜਾਬ 'ਚ ਫੈਲੀ ਹੋਈ ਪਹਿਲਾਂ ਹੀ ਬੇਚੈਨੀ ਹੈਗੀ ਆ, ਉਸ ਬੇਚੈਨੀ ਨੂੰ ਇਹ ਫੀਡ ਕਰ ਰਹੇ ਨੇ। ਪਹਿਲਾਂ ਇਹਨਾਂ ਨੇ ਫੈਸਲਾ ਲਿਆ ਗ੍ਰਾਸ ਰੂਟ ਤੇ, ਲੋਕਾਂ ਵੱਲੋਂ ਚੁਣੀਆਂ ਹੋਈਆਂ ਪੰਚਾਇਤਾਂ ਭੰਗ ਕਰਤੀਆਂ, 20 ਦਿਨਾਂ ਬਾਅਦ ਆਪਣੇ ਆਪ ਹੀ ਮੁੱਕਰ ਗਿਆ ਜੀ ਅਸੀਂ ਉਹ ਫੈਸਲਾ ਵਾਪਿਸ ਲੈਣੇ ਹੈਗੇ ਆ। ਦੇ ਆਰ ਟੈਸਟਿੰਗ ਸਮ ਕਾਈਂਡ ਆਫ ਵਾਟਰਸ, ਕਿਸੇ ਤਰ੍ਹਾਂ ਦੀਆਂ ਇਕੁਏਸ਼ਨਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ, ਜਾਂ ਜੋ ਤੁਸੀਂ ਗੱਲ ਕਹੀ ਕਿ ਇਹਨਾਂ ਦੀ ਸੈਂਟਰਲਾਈਜੇਸ਼ਨ ਉਸ ਲੈਵਲ ਦੀ ਹੈ ਕਿ ਇਹਨਾਂ ਦਾ ਵਸ ਨਹੀਂ ਹੈਗਾ। ਹੋ ਸਕਦਾ ਹੈ ਕਿ WhatsApp ਤੇ ਕੋਈ ਮੈਸੇਜ ਆਇਆ ਹੋਵੇ ਔਰ ਉਸ ਤੋਂ ਬਾਅਦ ਇਹ ਫੈਸਲਾ ਲਾਗੂ ਹੋ ਗਿਆ ਹੋਵੇ। ਸਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ, ਭਗਵੰਤ ਮਾਨ ਜੀ ਬਹੁਤ ਵੱਡਾ ਫੇਸ ਹੈ ਜੀ ਪੰਜਾਬ ਦਾ, ਅੱਜ ਵੀ ਲੋਕ ਉਹਨਾਂ ਨੂੰ ਅਸੀਂ ਪਿੰਡਾਂ ਜਾ ਕੇ ਦੇਖਦੇ ਹਾਂ, ਬਹੁਤ ਪਿਆਰ ਮੁਹੱਬਤ ਕਰਦੇ ਨੇ। ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਜੀ ਦੀ ਲੈਜੀਟੀਮੇਸੀ ਐਜ਼ ਏ ਉਹਨਾਂ ਦੇ ਬਿਆਨਾਂ ਦੀ ਲੈਜੀਟੀਮੇਸੀ ਐਜ਼ ਏ ਚੀਫ ਮਿਨਿਸਟਰ
ਉਹਦੇ ਤੇ ਫਰਕ ਪਏਗਾ ਅਗਰ ਇਹੀ ਚੀਜ਼ਾਂ ਵਾਪਰਦੀਆਂ ਨੇ। ਔਰ ਖਾਸ ਤੌਰ ਤੇ ਮੋਟਰ ਰੇਹੜੀਆਂ ਵਾਲਾ ਵੀ ਤੁਸੀਂ ਕਿਹਾ ਵੀ ਛੋਟਾ ਮਸਲਾ ਸੀ, ਆਪਾਂ ਮੰਨ ਲੈਂਦੇ ਹਾਂ ਜੀ। ਮਹਿਲਾ ਕਮਿਸ਼ਨ ਵਾਲਾ ਵੀ ਇੱਕ ਛੋਟਾ ਇੰਡੀਵਿਜੂਅਲ ਕੇਸ ਸੀਗਾ, ਪਰ ਜਿਹੜਾ ਪੰਚਾਇਤਾਂ ਦਾ, ਜਿਹਦੇ ਵਿੱਚ ਲੱਖ ਤੋਂ ਵੱਧ ਚੁਣੇ ਹੋਏ ਨੁਮਾਇੰਦੇ ਨੇ ਔਰ 13,200 ਤੋਂ ਵੱਧ ਪੰਚਾਇਤਾਂ ਨੇ, ਉਹਦੇ ਤੇ ਇਹੋ ਜਿਹੇ ਫੈਸਲੇ ਲੈ ਕੇ ਉਹਨਾਂ ਨੂੰ ਭੰਗ ਕਰਕੇ ਦੁਬਾਰਾ ਮੁੜ ਕੇ 20 ਦਿਨਾਂ ਬਾਅਦ ਉਹਨਾਂ ਨੂੰ ਬਹਾਲ ਕਰ ਦੇਣਾ, ਭਗਵੰਤ ਮਾਨ ਜੀ ਦੀ ਛਵੀ ਦੇ ਉੱਤੇ, ਕ੍ਰੈਡੀਬਿਲਿਟੀ ਦੇ ਉੱਤੇ ਅਸਰ ਪਏਗਾ। ਐਕਚੁਅਲੀ ਪਰਸੈਪਸ਼ਨ ਬਹੁਤ ਇੰਪੋਰਟੈਂਟ ਹੁੰਦੀਆਂ ਸਟੇਟ ਲੈਵਲ ਦੇ ਉੱਤੇ ਤੇ ਨੈਸ਼ਨਲ ਲੈਵਲ ਦੇ ਉੱਤੇ। ਹੁਣ ਇਸ ਵੇਲੇ ਇਹ ਇੰਡੀਆ ਦਾ ਪਾਰਟ ਬਣ ਗਏ ਆ ਜਾਂ ਬਣਨ ਦੀ ਕੋਸ਼ਿਸ਼ ਕਰ ਰਹੇ ਆ, ਔਰ ਉੱਥੇ ਜਦੋਂ ਡੈਲੀਬਰੇਸ਼ਨਸ ਹੋਣਗੀਆਂ, ਜਿਹੜੇ ਲੀਡਰਸ ਨੇ ਫੈਸਲਾ ਲਿਆ ਵਾ, ਲੋਕੀ ਉਹਦੇ ਬਾਰੇ ਉਹਦਾ ਇਮੇਜ ਜਿਹੜਾ ਹੁੰਦਾ ਵੀ ਇਹ ਕਿੱਦਾਂ ਦਾ ਲੀਡਰ ਹੈਗਾ, ਕਿ ਕਿਸ ਕਰਕੇ ਫੈਸਲਾ ਲਿਆ ਇਹਨਾਂ ਨੇ, ਕਿ ਇਹ ਜੇ ਕੱਲ ਨੂੰ ਉੱਥੇ ਡੈਮੋਕ੍ਰੈਟਿਕ ਪ੍ਰੋਸੈਸ ਦੀ ਗੱਲ ਕਰਦੇ ਆ, ਡੈਮੋਕ੍ਰੇਸੀ ਦੀ ਗੱਲ ਕਰਦੇ ਆ, ਲੋਕੀ ਮੂੰਹ ਤੇ ਤਾਂ ਨਹੀਂ ਬੋਲਣਗੇ, ਪਰ ਉਹਨਾਂ ਦੇ ਦਿਲ 'ਚ ਤੇ ਹੋਊਗਾ ਨਹੀਂ ਵੀ ਇੱਥੇ ਸਾਨੂੰ ਇੱਦਾਂ ਕਹਿੰਦੇ ਆ, ਉੱਥੇ ਪੰਜਾਬ ਦੇ ਵਿੱਚ ਇਹ ਕੀ ਕਰ ਰਿਹਾ। ਇਹ ਗੱਲ ਠੀਕ ਹੈਗੀ ਆ ਕਿ ਭਗਵੰਤ ਮਾਨ ਜਿਹੜੇ ਹੈਗੇ ਆ ਉਹ ਇਸ ਵੇਲੇ ਜੇ ਦੇਖਿਆ ਜਾਵੇ ਕਿ ਸਭ ਤੋਂ ਜੇ ਚੋਇਸ ਪੰਜਾਬ ਦੀ ਜਿਹੜੀ ਹੈਗੀ ਆ ਉਹ ਅਜੇ ਵੀ ਹੋ ਸਕਦਾ ਉਹ ਪੰਜਾਬ ਦੀ ਚੋਇਸ ਹੋਣ। ਉਹਦਾ ਰੀਜ਼ਨ ਇਹ ਹੈ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਲੀਡਰ ਜਿਹੜੇ ਹੈਗੇ ਉਹਨਾਂ ਦੀ ਕ੍ਰੈਡੀਬਿਲਿਟੀ ਇੰਨੀ ਥੱਲੇ ਜਾ ਚੁੱਕੀ ਹੈ। ਇਹਨਾਂ ਦਾ ਇੱਕ ਗੇਨ ਬਾਈ ਡਿਫਾਲਟ ਵੀ ਸੀਗਾ। ਕਈ ਵਾਰੀ ਹੁੰਦਾ ਨਾ ਵੀ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਇਲੈਕਸ਼ਨ ਵੋਟਾਂ ਦਾ ਇੱਕ ਜਿਹੜਾ ਹੈਗਾ ਇੰਪੋਰਟੈਂਟ, ਲੋਕਾਂ ਨੇ ਵੋਟ ਪਾਉਣੀ ਹੁੰਦੀ ਆ, ਉਹ ਕਈ ਵਾਰੀ ਦੇਖ ਲੈਂਦੇ ਵੀ ਚੱਲ ਠੀਕ ਆ ਇਹਨਾਂ ਨੂੰ ਨਹੀਂ ਪਾਉਣੀ, ਜਿਹੜਾ ਤੀਸਰਾ ਆਉਂਦਾ ਸਾਨੂੰ ਉਹਦੇ ਵਿੱਚੋਂ ਪਾਤਾ ਜਾਵੇ। ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਪੋਲੀਟੀਕਲ ਇਮੈਚਿਓਰਿਟੀ ਬਹੁਤ ਜ਼ਿਆਦਾ ਹੈ। ਸਭ ਤੋਂ ਵੱਡੀ ਗੱਲ ਹੈ ਜਦੋਂ ਲੀਡਰ ਕਿਸੇ ਦੇ ਉੱਤੇ ਇਸ ਕਿਸਮ ਦਾ ਪਰਸੈਪਸ਼ਨ ਬਣ ਜਾਵੇ ਵੀ ਯਾਰ ਇਹ ਗਲਤ ਫੈਸਲੇ ਲੈ ਰਿਹਾ ਵਾ, ਆਪੋਜੀਸ਼ਨ ਪਾਰਟੀਆਂ ਕਹਿੰਦੇ ਵੀ ਇਹਦੇ ਫੈਸਲੇ ਸਾਰੇ ਦਿੱਲੀੋਂ ਹੋ ਕੇ ਆਉਂਦੇ। ਇਹ ਗੱਲ ਠੀਕ ਹੈਗਾ, ਜਿਹੜਾ ਪੰਜਾਬ ਮਾਡਲ ਆਫ ਗਵਰਨੈਂਸ ਆ, ਪੰਜਾਬ ਸਿਸਟਮ ਹੈ, ਚਾਹੇ ਸੋਸ਼ਲ ਹੈ, ਇਕਨੋਮਿਕ ਹੈ, ਇਹ ਕਿਸੇ ਵੀ ਹੋਰ ਸਿਸਟਮ ਨਾਲੋਂ ਡਿਫਰੈਂਟ ਆ। ਲੋਕਾਂ ਦੀ ਜਿਹੜੀ ਇੱਥੇ ਖਾਸ ਕਰਕੇ ਜਦੋਂ ਤੁਸੀਂ ਗੱਲ ਕੀਤੀ ਵੀ ਅਣਖ ਵਾਲਾ ਪਾਸਾ ਜਿਹੜਾ ਹੈਗਾ ਵਾ ਉਹ ਸਾਰਿਆਂ ਨਾਲੋਂ ਡਿਫਰੈਂਟ ਹੈ। ਜਦੋਂ ਇਹ ਪਰਸੈਪਸ਼ਨ ਚਲੀ ਜਾਵੇ ਕਿ ਭਾਈ ਇਹ ਬੰਦੇ ਨੂੰ ਤਾਂ ਪਤਾ ਹੀ ਨਹੀਂਗਾ, ਫੈਸਲਾ ਉੱਤੋਂ ਬਣ ਕੇ ਆ ਗਿਆ, ਹੌਲੀ ਹੌਲੀ ਤੁਹਾਡੀ ਕ੍ਰੈਡੀਬਿਲਿਟੀ ਜਿਹੜੀ ਹੁੰਦੀ ਹੈ, ਲੈਜੀਟੀਮੇਸੀ ਜਿਹੜੀ ਹੁੰਦੀ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਆ। ਤੁਸੀਂ ਦੇਖੋ ਕਿ ਇਸ ਸਮੇਂ 'ਚ ਸਾਡੇ ਕੋਲ ਕਿੱਡੇ ਮਹਾਨ ਲੀਡਰ ਹੁੰਦੇ ਸੀ ਆਫ ਦਾ ਰੀਸੈਂਟ ਪਾਸਟ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ ਕੋਈ ਇਹਨੂੰ ਬਾਬਾ ਬੋੜ ਕਹਿੰਦਾ ਸੀਗਾ, ਕੋਈ ਇਹਨੂੰ ਥੰਮ ਕਹਿੰਦਾ ਸੀਗਾ, ਔਰ ਅਲਟੀਮੇਟਲੀ ਕਿੱਦਾਂ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਜਿਹੜਾ ਹੈਗਾ ਸੀਗਾ ਉਹ ਮੁੜ ਕੇ ਉਹਨਾਂ ਦਾ ਡਾਊਨਫਾਲ ਸ਼ੁਰੂ ਹੋ ਗਿਆ। ਸੋ ਕਹਿਣ ਤੋਂ ਭਾਵ ਹੈ ਕਿ ਇਹੋ ਜਿਹੜੇ ਫੈਸਲੇ ਦੇ ਨਾਲ ਕ੍ਰੈਡੀਬਿਲਿਟੀ ਜ਼ਰੂਰ ਲੂਸ ਹੁੰਦੀ ਆ, ਉਹਦਾ ਇਮੇਜ ਜ਼ਰੂਰ ਜਿਹੜਾ ਹੈਗਾ ਉਹਦੇ ਉੱਤੇ ਸੈਟਬੈਕ ਲੱਗਦੀ ਆ। ਪਰ ਹੁਣ ਇਸ ਵੇਲੇ ਨਾ ਸਮੱਸਿਆ ਇਹ ਹੈ ਜੀ, ਇਹ ਜਿਹੜੀ ਲੀਡਰਸ਼ਿਪ ਹੁੰਦੀ ਆ, ਜਦੋਂ ਤਾਕਤ ਆ ਜਾਂਦੀ ਆ, ਇਹ ਚੀਜ਼ਾਂ ਜਿਹੜੀਆਂ ਉਹਦੇ ਆਲੇ ਦੁਆਲੇ ਜਿੱਦਾਂ ਦੇ ਲੋਕ ਹੁੰਦੇ ਆ ਉਹ ਫਿਰ ਇਹੀ ਸਲਾਹ ਦਿੰਦੇ ਵੀ ਕੋਈ ਫਰਕ ਨਹੀਂ ਪੈਂਦਾ। ਤੇ ਜਿਹੜਾ ਜਦੋਂ ਕੋਈ ਲੀਡਰ ਇਹ ਸਮਝਣ ਲੱਗ ਪਏ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਤੇ ਇਹਦਾ ਮਤਲਬ ਸਮਝੋ ਲੀਡਰ ਨੂੰ ਕੋਈ ਫਰਕ ਨਹੀਂ ਪੈਂਦਾ। ਸਾਡਾ ਕੰਸਰਨ ਪੰਜਾਬ ਹੈ, ਸਾਡਾ ਕੰਸਰਨ ਪੰਜਾਬ ਦੀ ਢਾਂਚਾਗਤ ਸਮੱਸਿਆ ਹੈ। ਬੜੇ ਲੰਮੇ ਸਮੇਂ ਬਾਅਦ ਪੰਜਾਬ ਦੇ ਲੋਕਾਂ ਨੇ ਜਾਂ ਜਿਹੜੇ ਸਾਡਾ ਡਾਇਸਪੋਰਾ ਸੀ ਇਹਨਾਂ ਨੂੰ ਬਹੁਤ ਵੱਡੀ ਤਾਕਤ ਤੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਸੀ। ਜੇ ਇਹ ਉਹ ਹਾਈ ਕਮਾਂਡ ਵਾਲੀ ਸੋਚ ਤੋਂ ਆਊਟ ਆਫ ਦੀ ਬਾਕਸ ਪੰਜਾਬ ਸੈਂਟਰਿਕ ਕੋਈ ਗੱਲ ਕਰਦੇ ਤੇ ਮੈਨੂੰ ਲੱਗਦਾ ਜੇ ਸ਼ੁਰੂ ਕੋਈ ਹੋ ਜਾਂਦਾ ਇਹੋ ਜਿਹਾ ਇਨੀਸ਼ੀਏਟਿਵ ਕਿ ਪੰਜਾਬ ਦੁਬਾਰਾ ਜਿਹੜਾ ਹੈਗਾ ਸੀ ਰਿਵਾਈਵ ਕਰਨ ਵਾਲੇ ਪਾਸੇ ਤੁਰ ਜਾਂਦਾ, ਤੇ ਉਹ ਤਾਂ ਇਹ ਸੀ। ਪਰ ਜਿਸ ਕਿਸਮ ਦੀਆਂ ਪਾਲਿਸੀਜ਼ ਹੈ, ਪ੍ਰੋਗਰਾਮਸ ਹੈ ਜਾਂ ਡਿਸੀਜਨਸ ਹੈ, ਮੈਨੂੰ ਨਹੀਂ ਲੱਗਦਾ ਕੋਈ ਸਾਨੂੰ ਬਹੁਤ ਚੰਗੀ ਹੋਪ ਦਿੰਦੇ ਆ ਕਿ ਇਹ ਚੇਂਜ ਦੇ ਨਾਲ ਕੋਈ ਰੀਅਲੀ ਜਿਹੜੀ ਅਸਲੀ ਚੇਂਜ ਆ ਉਹ ਸਾਹਮਣੇ ਸਾਡੇ ਆ ਜਾਊਗੀ। ਤੁਸੀਂ ਗੱਲ ਕੀਤੀ ਕਿ ਭਗਵੰਤ ਮਾਨ ਜੀ ਦੇ ਬਾਰੇ ਜੋ ਪਰਸੈਪਸ਼ਨ ਹੈ ਲੋਕਾਂ 'ਚ ਕਿ ਜਿਹੜਾ ਖਾਸ ਤੌਰ ਤੇ ਪੰਚਾਇਤਾਂ ਵਾਲਾ ਫੈਸਲਾ ਕਿ ਬਹੁਤ ਇਮੈਚਿਓਰ ਕਾਈਂਡ ਆਫ ਫੈਸਲੇ ਲੈਂਦੇ ਨੇ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫੈਸਲੇ ਲਈ, ਮੈਂ ਦੁਬਾਰਾ ਫਿਰ ਉਹੀ ਸਵਾਲ ਇੱਕ ਤਰ੍ਹਾਂ ਦਾ ਲੈ ਕੇ ਆ ਰਹੀ ਹੈਗੀ ਹੈ, ਭਗਵੰਤ ਮਾਨ ਜੀ ਨੂੰ ਬਲੇਮ ਕਰੀਏ? ਮੁੱਖ ਮੰਤਰੀ ਸਾਹਿਬ ਦਾ ਹੀ ਇਹ ਫੈਸਲਾ ਸੀ ਕਿ ਪੰਚਾਇਤਾਂ ਭੰਗ ਹੋਣਗੀਆਂ, ਉਹਨਾਂ ਨੇ ਹੀ ਕੋਰਟ ਦਾ ਫੈਸਲੇ ਦਾ ਇੰਤਜ਼ਾਰ ਨਹੀਂ ਕੀਤਾ, ਹਾਈ ਕੋਰਟ ਦੇ ਦਾ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਅਨਕਨਸਟੀਟਿਊਸ਼ਨਲ ਹੈਗਾ। ਪ੍ਰਾਈਵੇਟ ਵਕੀਲ ਹਾਇਰ ਕੀਤੇ, ਉਹ ਵਕੀਲ ਕਹਿੰਦਾ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੈ, ਇਸ ਕਰਕੇ ਅਸੀਂ, ਭਗਵੰਤ ਮਾਨ ਜੀ ਨੇ ਕਿਹਾ ਕਿ ਡੈਮੋਕ੍ਰੈਟਿਕ ਤੰਤਰ ਨੂੰ ਬਹਾਲ ਕਰਾਂਗੇ ਅਸੀਂ। ਜੋ ਪਟਵਾਰੀ ਐਂਡ ਡੀਸੀ ਆਫਿਸ ਦੇ ਕੁਝ ਨੁਮਾਇੰਦੇ ਜਿਹੜੇ ਆ ਉਹ ਵਰਕਰ ਜਿਹੜੇ ਆ ਉਹ ਪ੍ਰੋਟੈਸਟ ਕਰ ਰਹੇ ਸੀ, ਤਾਂ ਉੱਥੇ ਇਹਨਾਂ ਨੇ ਐਮਰਜੈਂਸੀ ਸਰਵਿਸਿਜ਼ ਵਾਲਾ ਉਹ ਐਕਟ ਲਗਾ ਦਿੱਤਾ ਕਿ ਹੁਣ ਨਹੀਂ ਕਰ ਪਾਉਣਗੇ। ਉੱਥੇ ਵੀ ਇਹੀ ਤਰਕ ਦਿੱਤਾ ਗਿਆ ਕਿ ਫਲੱਡਸ ਦੀ ਸਿਚੁਏਸ਼ਨ ਹੈ, ਭਾਖੜਾ ਪੌਂਗ ਡੈਮ 'ਚ ਪਾਣੀ ਬਹੁਤ ਵਧਿਆ ਹੋਇਆ। ਸੋ 10 ਅਗਸਤ ਨੂੰ ਇਹ ਫੈਸਲਾ ਲੈ ਗਿਆ। ਪਾਣੀ ਤਾਂ ਉਦੋਂ ਵੀ ਬਹੁਤ ਜ਼ਿਆਦਾ ਸੀ, ਹੜ੍ਹ ਉਦੋਂ ਵੀ ਸੀਗੇ। ਤੁਹਾਨੂੰ ਕੀ ਲੱਗਦਾ ਹੈ ਸਰ ਕਿ ਇਹ ਭਗਵੰਤ ਮਾਨ ਜੀ ਨੂੰ ਬਲੇਮ ਕਰਨਾ ਜਾਇਜ਼ ਹੈ? ਜਿਹੜਾ ਲੋਕ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਜੀ ਨੂੰ ਬਲੇਮ ਕਰਦੇ ਨੇ ਕਿ ਐਜ਼ ਏ ਸੀਐਮ ਕਿਹੋ ਜਿਹੇ ਫੈਸਲੇ ਲੈਂਦੇ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਆਪ ਮੁੱਕਰਨਾ ਪੈਂਦਾ ਹੈਗਾ? Who is the head of the state? ਘਰ ਦੇ ਵਿੱਚ ਕੋਈ ਸਮੱਸਿਆ ਹੁੰਦੀ ਆ ਤੇ ਉਹਦੀ ਜ਼ਿੰਮੇਵਾਰੀ ਕਿਹਦੀ ਆਪਾਂ ਫਿਕਸ ਕਰਦੇ ਆ? ਜਿਹੜਾ ਹੈਡ ਆਫ ਦਾ
ਹਾਊਸਹੋਲਡ ਹੁੰਦਾ, ਹੀ ਇਜ਼ ਦਾ ਹੈਡ ਆਫ ਦਾ ਗਵਰਨਮੈਂਟ। ਭਾਵੇਂ ਕਿ ਉਹ ਫਸਟ ਮੰਗ ਇਕੁਅਲ ਤੋਂ ਸਾਡੇ ਸਿਸਟਮ ਖਤਮ ਹੋ ਗਿਆ, ਸਾਰੀਆਂ ਪਾਵਰ ਜਿਹੜੀਆਂ ਹੈਗੀਆਂ ਉਹ ਚੀਫ ਮਿਨਿਸਟਰ ਦੇ ਕੋਲ ਹੈ। ਔਰ ਜਿਸ ਕਿਸਮ ਦਾ ਤੰਤਰ ਹੈਗਾ, ਇਹਨੇ ਡੈਮੋਕ੍ਰੇਸੀ ਨਹੀਂ ਹੈਗੀ ਕਿ ਜਿਹੜਾ ਉਹਦੇ ਕੈਬਨਿਟ ਦੇ ਫੈਸਲੇ ਹੁੰਦੇ ਆ ਉਹਨਾਂ ਦੀ ਡਾਈਸੈਂਟ ਲਈ ਜਾਂਦੀ ਆ, ਉਹ ਨਹੀਂ ਲਈ ਜਾਂਦੀ। ਕਿਸ ਲੋਕਾਂ ਨੂੰ ਜਿਹੜਾ ਹੈਗਾ ਵਾ ਕਿ ਉਹਨਾਂ ਦੇ ਕੱਦ ਦੇ ਹਿਸਾਬ ਦੇ ਨਾਲ ਮਹਿਕਮੇ ਦਿੱਤੇ ਜਾਂਦੇ ਆ, ਇੱਦਾਂ ਨਹੀਂ ਹੁੰਦਾ। ਤੇ ਜਦੋਂ ਸਾਰੇ ਪ੍ਰਿਵਿਲੇਜ ਤੁਹਾਡੇ ਕੋਲ ਹੈਗੇ ਆ, ਸਾਰੀਆਂ ਪਾਵਰ ਤੁਹਾਡੇ ਕੋਲ ਹੈਗੀਆਂ, ਤੁਸੀਂ ਜੇ 5 ਬੰਦਿਆਂ ਨੂੰ ਨੌਕਰੀ ਦੇਣੀ ਆ, ਉਹਦੇ ਜਿਹੜੇ ਹੈਗੇ ਆਪਣੇ ਕਿਸੇ ਮਹਿਕਮੇ ਦੇ ਤੇ ਉਹਦੇ ਨਿਯੁਕਤੀ ਪੱਤਰ ਵੀ ਤੁਸੀਂ ਵੰਡਣੇ ਆ। ਤੇ ਜੇ ਤੁਸੀਂ ਇੱਕ ਨਾਕਾ ਬੰਦ ਕਰਾਉਣਾ ਵਾ ਟੋਲ ਟੈਕਸ, ਕਿ ਉਸ ਹਲਕੇ ਦਾ ਐਮਐਲਏ ਨਹੀਂ ਉਹ ਕੰਮ ਕਰ ਸਕਦਾ? ਜੇ ਤੁਸੀਂ ਸਾਰਾ ਇਹ ਕਲੇਮ ਲੈਣਾ ਹੈ, ਸਾਰੀ ਬੱਲੇ ਬੱਲੇ ਕਰਾਉਣੀ ਆ, ਤੇ ਫਿਰ ਜ਼ਿੰਮੇਵਾਰੀ ਤਾਂ ਲੈਣੀ ਪਊਗੀ। ਠੀਕ ਹੈ ਸਰ, ਜ਼ਿੰਮੇਵਾਰੀ ਲੈਣੀ ਤਿਆਰ ਹੋ, ਉਹਨਾਂ ਦੀ ਜ਼ਿੰਮੇਵਾਰੀ ਹੈਗੀ ਆ। ਇਹ ਠੀਕ ਆ ਕਿ ਪਾਰਲੀਮੈਂਟਰੀ ਨਿਜ਼ਾਮ ਦੇ ਵਿੱਚ ਉਹ ਫਸਟ ਮੰਗ ਇਕੁਅਲ ਆ, ਪਰ ਹੌਲੀ ਹੌਲੀ ਫਸਟ ਮੰਗ ਇਕੁਅਲ ਨਹੀਂ, ਹੀ ਇਜ਼ ਆਲ ਇਨ ਆਲ, ਹੀ ਔਰ ਸ਼ੀ ਹੂ ਐਵਰ ਇਜ਼ ਦਾ ਚੀਫ ਮਿਨਿਸਟਰ, ਉਹ ਆਲ ਇਨ ਆਲ ਹੋ ਗਿਆ, ਜਿੱਦਾਂ ਪ੍ਰਾਈਮ ਮਿਨਿਸਟਰ ਆ। ਇਹ ਤੰਤਰ ਹੀ ਇਸ ਕਿਸਮ ਦਾ ਬਣ ਗਿਆ। ਤੇ ਇਸ ਕਰਕੇ ਉਹਨਾਂ ਦੀ ਰਿਸਪੌਂਸਿਬਿਲਿਟੀ ਆ, ਮੋਰਲ ਰਿਸਪੌਂਸਿਬਿਲਿਟੀ ਵੀ ਹੈਗੀ ਆ, ਕਨਸਟੀਟਿਊਸ਼ਨਲ ਹਾਰ ਵੀ ਹੈਗੀ ਆ। ਹੋ ਸਕਦਾ ਕੋਰਟ ਕੱਲ ਨੂੰ ਕੋਈ ਸਟ੍ਰਕਚਰ ਪਾਸ ਕਰ ਦਿੰਦੀ। ਨੈਚੁਰਲੀ ਤੁਸੀਂ ਐਡਾ ਵੱਡਾ ਕਨਸਟੀਟਿਊਸ਼ਨ ਦੇ ਨਾਲ ਜਿਹੜਾ ਹੈਗਾ ਤੁਸੀਂ ਖਲਵਾੜ ਕੀਤਾ। ਹਾਂ ਇਹ ਠੀਕ ਆ, ਇੱਕ ਪੰਚਾਇਤ ਕੰਮ ਨਹੀਂ ਕਰਦੀ, 2 ਨਹੀਂ ਕਰਦੀਆਂ, 3 ਨਹੀਂ ਕਰਦੀਆਂ, ਉਹਨਾਂ ਨੂੰ ਸਸਪੈਂਡ ਕਰ ਦਿਓ। ਤੁਸੀਂ ਇਹ ਥੋੜਾ ਕਰ ਡਿਜ਼ੋਲਵ ਕਰ ਸਕਦੇ ਹੋ ਉਹਦੇ ਵਿੱਚੋਂ ਤੁਸੀਂ। ਇਹਦਾ ਮਤਲਬ ਤੁਹਾਨੂੰ ਸੰਵਿਧਾਨਕ ਕਦਰਾਂ ਕੀਮਤਾਂ ਦਾ, ਮੈਨੂੰ ਤਾਂ ਇਹ ਵੀ ਲੱਗਾ ਕਿ ਇਹਨਾਂ ਨੂੰ ਸੰਵਿਧਾਨ ਸਾਰਿਆਂ ਨੂੰ ਐਮਐਲਏ ਸਾਹਿਬ ਨੂੰ ਮਿਲਦੇ ਆ। ਇਹ ਪਤਾ ਨਹੀਂ ਹੁਣ ਕਿੰਨੇ ਲੋਕਾਂ ਨੇ ਸੰਵਿਧਾਨ ਇਹਨਾਂ ਚੋਂ ਪੜ੍ਹੇ ਹੋਣ, ਜਾਂ ਸੰਵਿਧਾਨ ਪੜ੍ਹ ਕੇ ਤੇ ਉਹਨੂੰ ਜਿਹੜਾ ਕਿੱਦਾਂ ਉਹਨੂੰ ਜਿਹੜਾ ਹੈਗਾ ਲਾਗੂ ਕਰਨਾ, ਉਹਦੇ ਬਾਰੇ ਜਿਹੜਾ ਕੁਝ ਕੀਤਾ ਜਾਵੇ। ਦੂਸਰੀ ਗੱਲ ਤੁਸੀਂ ਐਸਮਾ ਦੀ ਕਹੀ, ਐਸਮਾ ਦੀ ਸਮੱਸਿਆ ਕਿਉਂ ਆਈ? ਤੁਸੀਂ ਕਿਉਂ ਕਨਫਰੰਟੇਸ਼ਨ ਪੋਲਿਟਿਕਸ ਵੱਲ ਕਿਉਂ ਪੈ ਗਏ? ਇੰਨੇ ਲੋਕ ਤੁਹਾਡੇ ਨਾਲ ਸੀਗੇ, ਤਾਂ ਮਤਲਬ ਤੁਹਾਡੀਆਂ ਪਾਲਿਸੀਜ਼ ਕਿਤੇ ਨੁਕਸ ਹੈਗਾ ਵਾ। ਇਹਦਾ ਮਤਲਬ ਤੁਹਾਡਾ ਕਹਿਣੀ ਤੇ ਕਥਨੀ 'ਚ ਨੁਕਸ ਹੈਗਾ ਵਾ। ਇਹਦਾ ਮਤਲਬ ਹੈਗਾ ਕਿ ਤੁਹਾਡਾ ਜਿਹੜਾ ਬਿਊਰੋਕ੍ਰੇਟਿਕ ਸਟਰਕਚਰ ਹੈਗਾ, ਸਿਸਟਮ ਹੈਗਾ, ਗਵਰਨੈਂਸ ਆ, ਉਹਦੇ ਵਿੱਚ ਵੀ ਲੂਪ ਹੋਲ ਹੈਗੇ। ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਸਰਕਾਰੀ ਅਧਿਕਾਰੀ ਜਿਹੜਾ ਬੰਦਾ ਕਰਪਟ ਹੈਗਾ ਵਾ ਉਹਦੀ ਫੇਵਰ ਦੇ ਵਿੱਚ ਆ। ਇਸ ਸਰਕਾਰ ਦਾ ਇੱਕ ਐਡਵਾਂਟੇਜ ਸੀਗਾ ਕਿ ਇਹਨਾਂ ਨੇ ਕਰਪਸ਼ਨ ਦੇ ਖਿਲਾਫ ਇੱਕ ਮਤਲਬ ਆਲ ਆਊਟ ਜਿਹੜੀ ਆ ਲੜਾਈ ਜਿਹੜੀ ਆ ਲੜੀ, ਉਹ ਬਹੁਤ ਚੰਗੀ ਗੱਲ ਆ। ਇਹਨਾਂ ਨੇ ਪੋਲੀਟੀਕਲ ਲੀਡਰਸ ਜਿਹੜਾ ਇਹਦਾ ਐਡਵਾਂਟੇਜ ਹੈਗਾ ਕਿ ਇਹਨਾਂ ਨੇ ਪੁਰਾਣੇ ਜਿਹੜੇ ਘਾਗ ਸੀ ਜਿਨ੍ਹਾਂ ਦੀ ਵਜ੍ਹਾ ਕਰਕੇ ਪੰਜਾਬ ਦਾ ਸੱਤਿਆਨਾਸ਼ ਪੁੱਟਿਆ, ਜਿਉਂ-ਜਿਉਂ ਅੰਦਰ ਦਿੰਦੇ ਆ ਲੋਕੀ ਇਹਨਾਂ ਦੇ ਨਾਲ ਹੁੰਦੇ, ਇਸ ਕਰਕੇ ਮਿਕਸਡ ਫੀਲਿੰਗ ਹੁੰਦੀਆਂ, ਮਿਕਸਡ ਰਿਸਪੌਂਸ ਆਉਂਦਾ ਵਾ। ਪਰ ਕਿਉਂ ਇਹ ਆਪਣੇ ਪੈਰਾਂ ਤੇ ਕੁਹਾੜੀ ਮਾਰਦੀ ਆ, ਕਿਉਂ ਨਹੀਂ ਲੈਜੀਟੀਮੇਸੀ ਕ੍ਰੀਏਟ ਕਰਦੀ? ਉਹਦਾ ਕਾਰਨ ਬੜਾ ਸਿੱਧਾ ਜੀ, ਇਹਨਾਂ ਦੇ ਐਮਐਲਏ ਸਾਹਿਬ ਡਿਸਕਨੈਕਟ ਹੋ ਗਏ। ਆਮ ਤੌਰ ਤੇ ਚੁਣੇ ਹੋਏ ਨੁਮਾਇੰਦੇ ਲੋਕਾਂ ਤੇ ਸਰਕਾਰਾਂ ਦੇ ਵਿੱਚ ਜਿਹੜਾ ਇੱਕ ਲਿੰਕ ਦਾ ਕੰਮ ਕਰਦੇ ਆ। ਉਹ ਕਦੀ ਉਹਨਾਂ ਦੀ ਵੌਇਸ ਨਹੀਂ ਆਉਂਦੀ, ਕਦੀ ਉਹ ਪਬਲਿਕ ਨੂੰ ਐਡਰੈਸ ਨਹੀਂ ਕਰਦੇ, ਕਦੀ ਉਹਨਾਂ ਨੂੰ ਇੰਨੀ ਖੁੱਲ੍ਹ ਨਹੀਂ ਹੈਗੀ ਕਿ ਉਹ ਆਪਣੇ ਤੌਰ ਦੇ ਉੱਤੇ ਪ੍ਰੈਸ ਆਪਣੇ ਹਲਕੇ ਬਾਰੇ ਕਰ ਲੈਣ, ਆਪਣੇ ਹਲਕੇ ਦੇ ਵਿੱਚ ਹੀ ਉਹ ਲੋਕਾਂ ਦੇ ਨਾਲ ਇੰਟਰੈਕਟ ਕਰਨ, ਛੋਟੇ ਛੋਟੇ ਗਰੁੱਪਾਂ ਦੇ ਵਿੱਚ ਕਰਨ। ਜਾਂ ਤਾਂ ਮੈਂ ਤਾਂ ਨਹੀਂ ਕਹੂੰਗਾ ਵੀ ਉਹ ਚੁਣੇ ਹੋਏ ਨੁਮਾਇੰਦੇ ਵਿਦ ਡਿਊ ਰਿਸਪੈਕਟ ਵੀ ਉਹ ਕਪੈਸਿਟੀ ਥੋੜ੍ਹੀ ਜਿਹੀ ਡਿਵੈਲਪ ਕਰਨ, ਉਹ ਸਾਰਾ ਭਾਰ ਭਗਵੰਤ ਮਾਨ ਉੱਤੇ ਨਾ ਪੈਣ ਦੇਣ। ਜੇ ਗਵਰਨੈਂਸ ਦਾ ਸਾਰਾ ਭਾਰ ਭਗਵੰਤ ਮਾਨ ਸਾਹਿਬ ਤੇ ਪੈ ਗਿਆ, ਪਾਰਟੀ ਦਾ ਸਾਰਾ ਉੱਤੇ ਪੈ ਗਿਆ, ਤੇ ਫਿਰ ਹਰੀਡਲੀ ਡਿਸੀਜ਼ਨ ਹੋਣੇ। ਇਹ ਗੱਲ ਠੀਕ ਆ ਕਿ ਇੰਸਟੀਟਿਊਸ਼ਨਲ ਸਟਰਕਚਰ ਜਿਹੜਾ ਸੀ ਸਾਡਾ, ਚਾਹੇ ਉਹ ਸਟੇਟ ਲੈਵਲ ਦਾ ਸੀਗਾ, ਉਹ ਸਾਰਾ ਹੌਲੀ ਹੌਲੀ ਡਿਸਪੀਅਰ ਹੋਇਆ। ਇਸ ਕਰਕੇ ਜਿਹੜਾ ਮੁੱਖ ਮੰਤਰੀ ਹੁੰਦਾ ਉਹੀ ਲੱਗਦਾ ਕਿ ਉਹਨੇ ਫੈਸਲੇ ਲੈਣੇ। ਤੁਸੀਂ ਦੇਖੋ ਵੇਟ ਕਰਦੇ ਰਹਿੰਦੇ ਆ ਮੁੱਖ ਮੰਤਰੀ ਸਾਹਿਬ ਆਣ ਕੇ ਕਹਣਗੇ, ਫਿਰ ਮਹਿਕਮਿਆਂ ਦੇ ਮੰਤਰੀ ਦਾ ਕੀ ਹੈਗਾ, ਡੀਸੈਂਟਰਲਾਈਜ਼ ਕਰੋ। ਅਸਲ ਦੇ ਵਿੱਚ ਕਿਸੇ ਤੁਸੀਂ ਗੱਲ ਕੀਤੀ ਦੇਖੋ ਸਾਹਿਬ, ਆਮ ਸੌਰੀ ਮੈਂ ਤੁਹਾਨੂੰ ਰੋਕਿਆ, ਕਿਉਂਕਿ ਤੁਸੀਂ ਪਹਿਲਾਂ ਗੱਲ ਕੀਤੀ ਜਿਹਦੇ ਵਿੱਚ ਸਾਨੂੰ ਕੁਲਦੀਪ ਸਿੰਘ ਧਾਲੀਵਾਲ ਹੋਣਾ ਦੀ ਐਗਜ਼ਾਮਪਲ ਦਿੱਤੀ, ਕਿਉਂਕਿ ਉਹਨਾਂ ਦਾ ਇੱਕ ਕਲਾਊਡ ਡਿਵੈਲਪ ਹੋਣ ਲੱਗ ਗਿਆ ਸੀ। ਉਹਨਾਂ ਦੀਆਂ ਵੀਡੀਓਜ਼ ਲੋਕ ਬੜਾ ਦੇਖਦੇ ਸੀ, ਉਹਨਾਂ ਦੇ ਕੰਮਾਂ ਨੂੰ। ਉਹ ਟਰੈਕਟਰ ਲੈ ਕੇ ਕਬਜ਼ੇ ਲੈਣ ਜਾਂਦੇ ਜਿਹੜੇ ਸੀ, ਉਹ ਬੜਾ ਲੋਕ ਸਲਾਹ ਰਹੇ ਸੀ। ਉਹਨਾਂ ਨੂੰ ਬਦਲ ਦਿੱਤਾ ਗਿਆ। ਤੁਸੀਂ ਕਿਹਾ ਉਹਨਾਂ ਨੂੰ ਕਿਉਂ ਬਦਲ ਦਿੱਤਾ ਗਿਆ? ਕਿਉਂਕਿ ਇਨਸਿਕਿਉਰਿਟੀ ਦੀ ਭਾਵਨਾ ਹੈ। ਸੋ ਜ਼ਾਹਿਰ ਜੀ ਗੱਲ ਹੈ ਸਰ, ਐਮਐਲਏਆਂ ਨੂੰ ਫਿਰ ਕਿੱਥੋਂ ਬੋਲਣ ਦਿੱਤਾ ਜਾਏਗਾ? ਕਿਉਂਕਿ ਡਰ ਲੱਗੇਗਾ ਕਿ ਕਿਤੇ ਨਾ ਕਿਤੇ ਇਹ ਨਾ ਵੱਡੇ ਲੀਡਰ ਬਣ ਜਾਣ, ਕਿਤੇ ਵੱਡੇ ਚਿਹਰੇ ਬਣ ਕੇ ਸਾਹਮਣੇ ਨਾ ਆ ਜਾਣ, ਤੇ ਉਹ ਇਨਸਿਕਿਉਰਿਟੀ ਦੀ ਭਾਵਨਾ ਚੋਂ ਹੀ ਐਮਐਲਏ ਚੁੱਪ ਨੇ। ਕੀ ਏਦਾਂ ਵੀ ਹੋ ਸਕਦਾ ਹੈ ਕਿ ਐਮਐਲਏ ਸਿਰਫ ਇੱਕ ਦਿਖਾਵੇ ਦੇ ਨੇ ਪੰਜਾਬ ਲਈ, ਜਿਵੇਂ ਸਾਨੂੰ ਮਹਿਸੂਸ ਹੁੰਦਾ ਹੈ ਸਰ ਪੰਜਾਬ 'ਚ, ਕਿ ਐਮਐਲਏ ਸਿਰਫ ਇੱਕ ਦਿਖਾਵੇ ਦਾ ਹੈ? ਨਾ ਫੋਨ ਕਰਿਆ ਤੇ ਫੋਨ ਚੱਕਦੇ ਨੇ, ਜੇ ਚੱਕ ਲੈਂਦੇ ਨੇ ਤਾਂ ਉਹ ਚੰਗੀ ਤਰ੍ਹਾਂ ਗੱਲ ਨਹੀਂ ਕਰਦੇ, ਉਹ ਕਹਿੰਦੇ ਮੈਨੂੰ ਸਮਾਂ ਦਿਓ, ਮੈਂ ਪਤਾ ਕਰਕੇ ਦੱਸਦਾ ਹੈਗਾ। ਇਹ ਜਿਹੜਾ ਐਮਐਲਏ ਸਿਰਫ ਇੱਕ ਸੌਰਟ ਆਫ ਪਪਟ ਹੀ ਨਜ਼ਰ ਆ ਰਹੇ ਨੇ ਸਰ। ਏਦਾਂ ਇਹ ਪਹਿਲੀ ਵਾਰ ਹੋਇਆ ਕਿ ਪਹਿਲਾਂ ਵੀ ਐਵੇਂ ਹੁੰਦਾ ਸੀਗਾ? ਹੁਣ ਬੜਕਾ ਨਹੀਂ ਮਾਰਦੇ ਜੀ ਐਮਐਲਏ? ਨਹੀਂ, ਪਹਿਲਾਂ ਹੁੰਦਾ ਹੋਵੇ ਉਹ ਤਾਂ ਚੈਪਟਰ ਖਤਮ ਹੋ ਗਿਆ। ਅਸੀਂ ਜਿਹੜੇ ਮੌਜੂਦਾ ਹੈਗੇ 60 ਜ਼ਿੰਮੇਵਾਰੀਆਂ ਇਹਨਾਂ ਦੀ ਮੈਂ ਐਗਜ਼ਾਮਪਲ ਦਿੰਦਾ। ਇੱਕ ਸਾਡਾ ਸਟੂਡੈਂਟ ਮੰਤਰੀ ਆ, ਉਹਦਾ ਇਹ ਕਲਾਸ ਫੈਲੋ ਜਿਹੜਾ ਉਹ ਬਾਹਰ ਰਹਿੰਦਾ ਕੈਨੇਡਾ ਦੇ ਵਿੱਚ। ਇਹ ਉਹਨਾਂ ਕੋਲ ਗਏ, ਚਲੋ ਮਦਦ ਕੀਤੀ,
ਉਹ ਬੰਦਾ ਕਹਿੰਦਾ ਮੈਂ ਲਗਾਤਾਰ ਫੋਨ ਕਰ ਰਿਹਾ ਤੇ ਉਹ ਈਵਨ ਜਿਹੜਾ ਹੈਗਾ, ਕਿਉਂਕਿ ਉੱਥੋਂ ਦੇ ਲੋਕਾਂ ਦਾ ਹੈਗਾ ਕਿ ਤੁਸੀਂ ਐਮਪੀ ਨੂੰ ਫੋਨ ਕਰ ਲਓ, ਐਮਐਲਏ ਨੂੰ ਫੋਨ ਕਰ ਲਓ, ਜੇ ਨਹੀਂ ਹੋਣਗੇ ਤੇ ਇੰਸਟੈਂਟਲੀ ਰਿਸਪੌਂਡ ਕਰਨਗੇ। ਕਹਿੰਦਾ ਮੈਂ ਜਦੋਂ ਨਵੇਂ ਬਣੇ ਸੀਗੇ 5-7 ਵਾਰੀ ਫੋਨ ਕਰਕੇ ਮੈਂ ਕਹਿੰਦਾ ਪਛਾਣ ਹਟ ਗਿਆ, ਔਰ ਅਸੀਂ ਇਹਨਾਂ ਨੂੰ ਇੱਥੇ ਚੰਦਾ ਵੀ ਭੇਜਿਆ ਸੀਗਾ, ਬੜੀਆਂ ਗੱਲਾਂ ਇਸ ਕਿਸਮ ਦੀਆਂ ਕੀਤੀਆਂ ਉਹਦੇ ਵਿੱਚੋਂ ਆਣ ਕੇ। ਇਹ ਕਿਉਂ ਨਹੀਂ ਬੋਲਦੇ, ਇਹ ਕਿਉਂ ਜਿਹੜਾ ਆਪਣੇ ਵਿਊਜ਼ ਐਕਸਪ੍ਰੈਸ ਨਹੀਂ ਕਰਦੇ? ਕਿ ਇਹਨਾਂ ਦੇ ਉੱਤੇ ਕੋਈ ਹਾਈ ਕਮਾਂਡ ਹੈਗੀ ਆ? ਇਹ ਬੇਸਿਕਲੀ ਜਿਹੜਾ ਸਟਰਕਚਰ ਤੁਸੀਂ ਦੇਖੋ ਨਾ, ਪਾਰਟੀਆਂ ਹੁੰਦੀਆਂ, ਪਰ ਡਿਪੈਂਡ ਕਰਦਾ ਕਿ ਉਹ ਪਾਰਟੀ ਨੂੰ ਜਿਹੜਾ ਹੈਗਾ ਮੈਨੇਜ ਕੌਣ ਕਰਦਾ, ਹੂ ਇਜ਼ ਦਾ ਪਾਰਟੀ ਹੈਡ ਆ, ਲੀਡਰ ਕਿਹੜਾ ਵਾ, ਪ੍ਰਧਾਨ ਕਿਹੜਾ ਵਾ, ਉਹਦੀ ਵਿਚਾਰਧਾਰਾ ਕਿੱਦਾਂ ਦੀ ਆ, ਉਹ ਕਿੰਨਾ ਕੁ ਆਟੋਨੋਮਸ ਹੈਗਾ ਵਾ, ਕਿੰਨਾ ਕੁ ਦੂਸਰਿਆਂ ਨੂੰ ਜਿਹੜਾ ਹੈਗਾ ਉਹ ਸਪੇਸ ਦਿੰਦਾ ਵਾ। ਮੈਨੂੰ ਲੱਗਦਾ ਇੱਥੇ ਸਪੇਸ ਨਹੀਂ ਹੈਗੀ। ਸਪੇਸ ਇਸ ਕਰਕੇ ਨਹੀਂ ਹੈਗੀ ਕਿ ਹੋਰ ਮੈਂ ਐਗਜ਼ਾਮਪਲ ਦੇਣੀ ਚਾਹੁੰਦਾ, ਇੱਕ ਹੋਰ ਵਿਅਕਤੀ ਨੂੰ ਕੀਤਾ, ਉਹਨੇ ਇਹ ਗੱਲ ਕੀਤੀ ਇੱਕ ਐਮਐਲਏ ਸਾਹਿਬ ਨੇ ਕਿ ਸਾਨੂੰ ਵੀਡੀਓ 2 ਵਾਰੀ ਬਣਾ ਕੇ ਭੇਜਣੀਆਂ ਪੈਂਦੀਆਂ ਵੀ ਅਸੀਂ ਕੀ ਕੰਮ ਕੀਤਾ। ਹੁਣ ਦੇ ਆਰ ਨਾਟ ਸਪੋਜ਼ਡ ਟੂ, ਇਹ ਸ਼ੁਰੂ ਦੀ ਗੱਲ ਹੈਗੀ ਆ ਕਿ ਸਾਨੂੰ ਆਪਣੇ ਕੰਮ ਦਾ ਰੋਜ਼ ਦੇ ਹਿਸਾਬ ਦੇਣਾ ਪੈਂਦਾ, ਕਿਹਨਾਂ ਨੂੰ ਉੱਪਰ ਦੇਣਾ ਪੈਂਦਾ। ਤੇ ਮੈਂ ਕਿਹਾ ਲੋਕਾਂ ਨੂੰ ਕੀ ਦਿੰਦੇ ਜੋ? ਕਹਿੰਦੇ ਜੀ ਉਹ ਸਾਡਾ ਮਕਸਦ ਨਹੀਂ ਹੈਗਾ, ਵੀ ਆਰ ਬੀਇੰਗ ਵਾਚਡ। ਅੱਛਾ, ਜਿਹੜੇ ਤੁਸੀਂ 82 ਬੰਦੇ ਲਿਆਂਦੇ ਆ, ਇਨਸਿਕਿਉਰਿਟੀ ਬਹੁਤ ਇਹਨਾਂ ਦੇ ਵਿੱਚ, ਤੇ ਕਿਹੜੇ ਵੇਲੇ ਅਗਲੇ ਨੂੰ ਹਟਾ ਦੇਣਾ, ਜਿੱਦਾਂ ਮੰਤਰੀਆਂ ਨੂੰ ਹਟਾਉਂਦੇ ਆ ਕਿ ਐਮਐਲਏ ਨੂੰ ਅਗਲੇ ਸਾਲ ਟਿਕਟ ਦੇਣੀ ਕਿ ਨਹੀਂ ਦੇਣੀ, ਕਿਹੜੇ ਬੰਦੇ ਨਵੇਂ। ਇਹ ਐਡਵਾਂਟੇਜ ਵੀ ਹੋਇਆ ਇਹਨਾਂ ਦਾ। ਅਸਲ ਦੇ ਵਿੱਚ ਸਰਕੂਲੇਸ਼ਨ ਆਫ ਲੀਡ ਕੀਤੀ ਆ, ਹਰ ਇੱਕ ਨੂੰ ਆਸ ਬਣੀ ਕਿ ਮੈਂ ਐਮਐਲਏ ਵੀ ਬਣ ਸਕਦਾ, ਜਾਂ ਹਰ ਇੱਕ ਨੂੰ ਆਸ ਬਣੀ ਕਿ ਮੇਰੀ ਇੱਥੇ ਸਪੇਸ ਹੋ ਜੂਗੀ। ਉਹ ਇਹਨਾਂ ਦਾ ਐਡਵਾਂਟੇਜ ਹੈਗਾ, ਪਰ ਡਿਸਐਡਵਾਂਟੇਜ ਹੈਗਾ ਕਿ ਇਨਸਿਕਿਉਰਿਟੀ ਪੈਦਾ ਕਰਦੇ ਆ। ਐਕਚੁਅਲੀ ਕੋਈ ਕੰਪਨੀ ਨਹੀਂ ਹੈ, ਇਹ ਕੋਈ ਮਲਟੀਨੈਸ਼ਨਲ ਕੰਪਨੀ ਨਹੀਂ ਚਲਾ ਰਿਹਾ, ਇੱਕ ਸਟੇਟ ਚਲਾ ਰਿਹਾ ਹੈਗੇ ਜਿੱਥੇ ਲੋਕਾਂ ਦਾ ਭਵਿੱਖ ਜਿਹੜਾ ਉਹ ਜੁੜਿਆ ਹੋਇਆ। ਸਰ ਮੈਂ ਇੱਕ ਨਾਲ ਚੀਜ਼ ਹੋਰ ਵੀ ਯਾਦ ਕਰਾ ਦਾਂ ਕਿ ਗਵਰਨੈਂਸ ਰਿਫਾਰਮ ਦੇ ਲਈ ਵੀ ਇੱਕ ਟੀਮ ਜਿਹੜੀ ਸੀ ਦਿੱਲੀ ਤੋਂ ਵਿਧਾਨ ਸਭਾ ਇੱਥੇ ਬੈਠੇ ਹੋਏ ਸਨ, ਚੰਡੀਗੜ੍ਹ ਦੇ ਵਿੱਚ, ਨਾਟ ਵਿਧਾਨ ਸਭਾ, ਇੱਕ ਕੋਠੀ ਉਹਨਾਂ ਨੂੰ ਦਿੱਤੀ ਹੋਈ ਸੀ ਕਿ ਉਹ ਗਵਰਨੈਂਸ ਰਿਫਾਰਮ ਵਾਲੀ ਟੀਮ ਵੀ, ਉਹਨਾਂ ਨੂੰ ਇਸ ਚੀਜ਼ ਦੀ ਸੋਝੀ ਨਹੀਂ ਹੈ, ਉਹਨਾਂ ਦੇ ਫੈਸਲੇ ਵੀ ਹੋ ਸਕਦੇ ਨੇ ਜਿਹੜੇ ਲੱਗੀ ਜਾ ਰਹੇ ਨੇ। ਕਿਉਂਕਿ ਸਾਲ 2002 ਦੇ ਵਿੱਚ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ, ਉਦੋਂ ਵੀ ਪੰਚਾਇਤਾਂ ਭੰਗ ਕਰਨ ਤੇ ਬਹੁਤ ਵੱਡੀ ਜਜਮੈਂਟ ਹੈ, ਜਿਹੜੀ ਆਡੀਅנס ਵੀ ਗੂਗਲ ਕਰਕੇ 2002 ਦੀ ਜਜਮੈਂਟ ਜਿਹੜੀ ਆ ਪੰਚਾਇਤੀ ਰਾਜ ਤੇ, ਉਹਨੂੰ ਪੜ੍ਹ ਸਕਦੀ ਹੈਗੀ ਆ ਸਰ। ਸੋ ਗਵਰਨੈਂਸ ਦਾ ਵੀ ਇਹਨਾਂ ਨੇ ਰਿਫਾਰਮ ਲਿਆਉਣ ਦੇ ਲਈ ਟੀਮ ਲਿਆਂਦੀ ਸੀ, ਕੁਝ ਉਹਦੀ ਫਰਦਰ ਡਿਵੈਲਪਮੈਂਟ। ਇਹਨਾਂ ਨੂੰ ਇਹ ਪੁੱਛੋ ਵੀ ਗਵਰਨੈਂਸ ਹੁੰਦੀ ਕੀ ਆ? ਸਭ ਤੋਂ ਵੱਡਾ ਸਵਾਲ ਤੇ ਇਹਨਾਂ ਤੋਂ ਇਹ ਪਾਰਟੀ ਦੇ ਵਿੱਚ ਜਿਹੜੀ ਆਈਡੀਓਲੋਜੀਕਲ ਰਿਡਕਸ਼ਨਿਜ਼ਮ ਹੈਗਾ, ਇਹਦੀ ਵਿਚਾਰਧਾਰਾ ਕੀ ਆ? ਸ਼ਾਇਦ ਤੁਸੀਂ ਤਾਂ ਬਹੁਤ ਰਹਿੰਦੇ ਜੋ, ਨੇੜੇ ਰਹਿੰਦੇ ਜੋ, ਹਰ ਪਾਰਟੀ ਦੀ ਕੋਈ ਨਾ ਕੋਈ ਵਿਚਾਰਧਾਰਾ ਹੁੰਦੀ, ਚਾਹੇ ਉਹ ਜਿੱਦਾਂ ਦੀ ਮਰਜ਼ੀ ਹੋਵੇ। ਇਹ ਫ੍ਰੀ ਫਾਰ ਆਲ ਵਾ, ਹਰ ਕਿਸਮ ਦਾ ਜਿਹੜਾ ਜੋ ਆਵੇ ਰਾਜੀ ਜਾਵੇ ਵਾਲਾ ਕੰਮ ਹੈਗਾ। ਹੁਣ ਤੋਂ ਦੇ ਵਿੱਚੋਂ ਕਲੀਅਰ ਕੱਟ ਆਈਡੀਓਲੋਜੀਕਲ ਜਿਹੜਾ ਹੈਗਾ ਫਰੇਮਵਰਕ ਨਹੀਂ ਹੈਗਾ। ਦਿਸ ਇਜ਼ ਪਾਰਟ 1। ਦੂਸਰਾ ਪਾਰਟ ਇਹ ਹੈਗਾ ਕਿ ਜਿਹੜੀ ਤੁਸੀਂ ਗੱਲ ਕੀਤੀ ਆ, ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਉੱਥੇ ਬੈਠੇ, ਦਿੱਲੀ ਬੈਠੇ ਬੰਦੇ, ਉੱਥੇ ਠੀਕ ਆ, ਟੈਕਸੇ ਵੀ ਲੋਕ ਆ ਦੂਸਰੇ ਜਾਂ ਤੀਸਰੇ, ਕਿਉਂਕਿ ਪੰਜਾਬ ਉਹਨਾਂ ਵਾਸਤੇ ਸੋਨੇ ਦੀ ਚਿੜੀ ਆ। ਉਹਦਾ ਰੀਜ਼ਨ ਇਹ ਹੈਗਾ ਕਿ ਤੁਸੀਂ ਦੇਖੋ ਦਿੱਲੀ ਦੀ ਸਰਕਾਰ ਕੋਲ ਕੀ ਹੈਗਾ, ਜਿਹੜਾ ਥੋੜਾ ਬਹੁਤਾ ਹੈਗਾ ਸੀਗਾ ਉਹ ਵੀ ਖਤਮ ਹੋ ਗਿਆ। ਦਿੱਲੀ ਦੀ ਸਰਕਾਰ ਲੈਸ ਦੈਨ ਇਹ ਮਿਊਨਿਸਪੈਲਿਟੀ ਹੈਗੀ ਆ, ਔਰ ਇਹ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਕੋਈ ਰਿਸੋਰਸਿਸ ਨਹੀਂ ਜਨਰੇਟ ਕਰ ਸਕਦੇ। ਪੰਜਾਬ ਇੱਕ ਕਿਸਮ ਦਾ ਜਿਹੜਾ ਉਹਨੂੰ ਕਹਿ ਦਈਏ ਕਿ ਇੱਕ ਸਟੇਟ ਹੈਗੀ ਆ, ਫੁੱਲ ਫਲੈਸ਼ ਸਟੇਟ ਹੈਗੀ ਆ, ਜਿਹਦੇ ਵਿੱਚ ਰਿਸੋਰਸਿਸ ਵੀ ਕ੍ਰੀਏਟ ਹੁੰਦੇ ਆ, ਜਿਹਦੇ ਵਿੱਚ ਪ੍ਰਿਵਿਲੇਜਸ ਵੀ ਹੈਗੇ ਆ। ਜੇ ਕਿਤੇ ਜਾਣਾ ਹੋਵੇ, ਤੁਹਾਡੇ ਕੋਲ ਜਹਾਜ਼ ਵੀ ਹੈਗਾ ਵਾ, ਜਾਂ ਬਾਹਰਲੇ ਸਟੇਟਾਂ ਦੇ ਵਿੱਚ ਇਲੈਕਸ਼ਨ ਲੜਨੀ ਆ, ਤੇ ਉੱਥੇ ਪੰਜਾਬ ਦੇ ਚਿਹਰੇ ਜਿਹੜੇ ਹੈਗੇ ਆ, ਜਾਂ ਜੋ ਸਾਰਾ ਤਾਣਾ ਬਾਣਾ ਵਾ ਪੰਜਾਬ ਤੋਂ ਉੱਥੇ ਲਿਜਾਇਆ ਜਾਂਦਾ ਵਾ, ਉਹਨੂੰ ਕੌਣ ਕੰਟਰੋਲ ਕਰਦਾ? ਇਹਦਾ ਮਤਲਬ ਇਹ ਹੈਗਾ ਕਿ ਹੋਰ ਇਹ ਤੋਂ ਅੱਗੇ ਹੋਰ ਚਲੇ ਜਾਈਏ, ਜਿਹੜੀਆਂ ਹੋਰ ਇਹਨਾਂ ਪਾਲਿਸੀ ਫਰੇਮ ਬਣਾਉਣੇ ਆ, ਚਾਹੇ ਐਗਰੀਕਲਚਰ ਦੀ ਪਾਲਿਸੀ ਸੀਗੀ ਜਾਂ ਹੋਰ ਬੰਦੇ ਸੀਗੇ, ਉਹ ਕਿੱਥੋਂ ਲਿਆਉਣ ਡੇ ਆ? ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਸ਼ਾਇਦ ਇਹਨਾਂ ਨੇ ਦਿੱਲੀ ਦੇ ਉੱਤੋਂ ਕੋਈ ਰਿਟਾਇਰਡ, ਕਿ ਇੱਥੇ ਇਸ ਪੰਜਾਬ ਦੇ ਵਿੱਚ ਕੋਈ ਇਹਨਾਂ ਨੂੰ ਕੋਈ ਐਕੈਡਮਿਸ਼ੀਅਨ ਨਹੀਂ ਮਿਲਿਆ। ਤੁਹਾਡੇ ਕੋਲ ਪੰਜਾਬੀ ਯੂਨੀਵਰਸਿਟੀ ਹੈਗੀ ਆ, ਤੁਹਾਡੇ ਕੋਲ PAU ਹੈਗੀ ਆ, ਤੁਹਾਡੇ ਕੋਲ ਹੋਰ ਬਹੁਤ ਸਾਰੇ ਇੰਟੈਲੈਕਚੁਅਲਸ ਹੈਗੇ ਆ। ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਜਿਹੜੇ ਉੱਥੋਂ ਆ ਰਹੇ ਆ, ਉੱਥੋਂ ਬਣ ਕੇ ਆ ਰਹੇ ਆ। ਹੋਰ ਜਿਹੜੀਆਂ ਕਈ ਕਿਸਮ ਦਾ ਕੰਮ ਸਾਰਾ ਉੱਥੋਂ ਹੋ ਰਿਹਾ। ਸਿਵਲ ਸਰਵੈਂਟਸ, ਕੁਝ ਸਿਵਲ ਸਰਵੈਂਟਸ ਨੇ ਇੱਥੇ ਸਰਵਾਈਵ ਕਰਨ ਦਾ ਜਾਂ ਆਪਣਾ ਮੈਨੇਜ ਕਰਨ ਦਾ ਤਰੀਕਾ ਲੱਭ ਲਿਆ ਵੀ ਉੱਥੇ ਜਿਹੜਾ ਗੰਢ ਤੋਂ ਸ਼ੁਰੂ ਕਰ ਲਓ। ਦੈਨ ਵੇਅਰ ਇਜ਼ ਪੰਜਾਬ ਸੈਂਟਰ 'ਚ ਹੈ ਹੀ ਨਹੀਂਗਾ। ਉਹਨਾਂ ਲੋਕਾਂ ਨੂੰ ਕੀ ਪਤਾ? ਜਿਹੜਾ ਮੈਂ ਇਹ ਨਹੀਂ ਕਹਿੰਦਾ ਵੀ ਉਹ ਸਿਆਣੇ ਬਹੁਤ ਹੋ ਸਕਦੇ ਆ, ਟੈਕਸ ਵੀ ਬਹੁਤ ਹੋ ਸਕਦੇ ਆ, ਬਹੁਤ ਐਨਲਾਈਟਨਡ ਹੋ ਸਕਦੇ ਆ, ਪਰ ਜਿਹੜੀਆਂ ਸਾਡੇ ਮੁੱਦੇ ਆ, ਜਿਹੜੀ ਸਾਡੀ ਵਿਲੇਜ ਲਾਈਫ ਆ, ਜਿਹੜੀਆਂ ਸਾਡੀਆਂ ਉਹਦੀ ਰਿਕੁਆਇਰਮੈਂਟਸ ਹੈਗੀਆਂ, ਜਿਹੜਾ ਉਹਦੇ ਵਿੱਚ ਲੋਕਾਂ ਦਾ ਸਰਵਾਈਵਲ ਹੈ, ਚਾਹੇ ਉਹ ਛੋਟਾ ਕਿਸਾਨ ਹੈ, ਚਾਹੇ ਮਜ਼ਦੂਰ ਹੈ, ਚਾਹੇ ਯੂਥ ਹੈ, ਚਾਹੇ ਡਰੱਗ ਦਾ ਇਸ਼ੂ ਹੈ, ਇਹ ਦੇ ਆਰ ਟਰਾਈਂਗ ਟੂ ਮੈਨੇਜ ਸਾਰੀਆਂ ਪ੍ਰੋਬਲਮ ਨੂੰ ਫਿਕਸ ਟੈਕਨੋਲੋਜੀ ਨਾਲ ਕਰਨਾ ਚਾਹੁੰਦੇ ਆ, ਮਕੈਨੀਕਲ ਵੇ ਨਾਲ ਕਰਨਾ ਚਾਹੁੰਦੇ ਆ। ਵੇਅਰ ਇਜ਼ ਦਾ ਹਿਊਮਨ ਟੱਚ? ਹਿਊਮਨ ਟੱਚ ਤਾਂ ਹੁੰਦੀ ਆ ਜੇ ਇਹਨਾਂ ਦੀਆਂ ਮਿਲਣੀਆਂ ਹੋਣ।
MLA ਜਿਹੜਾ ਵਾ ਉਹ ਪਿੰਡ ਦੇ ਵਿੱਚ ਜਿਹੜਾ ਦੂਸਰਾ ਕੋਈ ਨਾ ਕੋਈ ਲਾਉਂਦਾ ਵਾ। ਹੁਣ ਤਾਂ ਹੋਰ ਆ ਗਿਆ ਵੀ ਅਸੀਂ ਮਾਲਵੇ ਦੇ ਵਿੱਚ ਵੀ ਨਸ਼ਾ ਛਡਾਉਣਾ ਚਾਹੁੰਦੇ ਆ ਤੇ ਉਹ ਨਸ਼ੇ ਛੱਡਦੇ ਨਹੀਂ, ਲੋਕਾਂ ਨੂੰ ਆਪ ਖੜੇ ਹੋਣਾ ਪੈ ਗਿਆ। ਪੰਚਾਇਤਾਂ ਨੂੰ ਜਿਹੜਾ ਹੈਗਾ ਸੀ ਇਹ ਫੈਸਲੇ ਲੈਣੇ ਪੈ ਗਏ ਤੇ ਇਹਦਾ ਮਤਲਬ ਗਵਰਨੈਂਸ ਕਿੱਥੇ ਹੋ ਗਈ ਜੇ ਲੋਕ ਹੀ ਜਿਹੜੇ ਆਪਣੇ ਮਸਲੇ ਆ। ਹੁਣ ਤੁਸੀਂ ਪੁਲਿਸ ਸਟੇਸ਼ਨਾਂ ਜਾ ਕੇ ਲੋਕ ਆਪ ਪੁਲਿਸ ਵਾਲਿਆਂ ਨੂੰ ਫੜਦੇ ਆ, ਉਹਨਾਂ ਦੀ ਜੇਬ ਚੋਂ ਪੈਸੇ ਕੱਢਦੇ ਆ। ਇਹ ਤਾਂ ਠੀਕ ਆ, ਕਿਸਾਨੀ ਅੰਦੋਲਨ ਨੇ ਲੋਕਾਂ ਨੂੰ ਇੰਪਾਵਰ ਕੀਤਾ, ਜਿਹੜਾ ਇਹਨਾਂ ਤੇ ਥੋੜਾ ਬਹੁਤਾ ਪ੍ਰੈਸ਼ਰ ਹੈਗਾ ਜਿਹੜਾ ਰਿਸਪੌਂਡ ਕਰਦੇ ਆ। ਤਾਂ ਖਾਸ ਕਰਕੇ ਜਿਹੜਾ ਚ ਢਾਂਚਾ ਨਹੀਂ ਬਣਦਾ। ਪਲੈਨਿੰਗ ਕਮਿਸ਼ਨ ਕਿੱਥੇ ਆ? ਪਲੈਨਿੰਗ ਕਮਿਸ਼ਨ ਦੇ ਵਿੱਚ ਕੌਣ ਆ? ਤੁਸੀਂ ਇੱਕ ਐਗਰੀਕਲਚਰ ਦੀ ਪਾਲਿਸੀ ਬਣਾਉਣੀ ਸੀਗੀ, ਉਹ ਤੁਸੀਂ ਆਊਟਸੋਰਸ ਕਰ ਦਿੱਤਾ, ਸ਼ਾਇਦ ਅਮਰੀਕਾ ਦੀ ਕਿਸੇ ਕੰਪਨੀ ਨੂੰ ਦੇ ਦਿੱਤਾ ਕਿ ਸਾਡੇ ਕੋਲ PAU ਨਹੀਂ ਸੀ ਹੈਗੀ ਉਹਦੇ ਵਿੱਚੋਂ। ਇਹਨਾਂ ਨੂੰ ਕਿਉਂ ਸਟੇਕ ਹੋਲਡਰਸ ਨੂੰ ਇਨਵੋਲਵ ਕਿਉਂ ਨਹੀਂ ਕਰਦੇ? ਕਿਉਂ ਨਹੀਂ ਤੁਸੀਂ ਐਗਰੀਕਲਚਰ ਐਕਸਪਰਟਸ ਨੂੰ ਲੈਂਦੇ? ਕਿਉਂ ਨਹੀਂ ਤੁਸੀਂ ਜਿਹੜੇ ਹੋਰ ਇਕਨੋਮਿਸਟ ਉਹਨਾਂ ਨੂੰ ਇਨਵੋਲਵ ਕਰਦੇ? ਕਿਉਂ ਨਹੀਂ ਤੁਸੀਂ ਜਿਹੜੇ ਹੋਰ ਇੱਥੋਂ ਦੇ ਲੋਕ ਹੈਗੇ ਉਹਨਾਂ ਨੂੰ ਇਨਵੋਲਵ ਕਿਉਂ ਨਹੀਂ ਕਰਦੇ? ਇਸ ਕਰਕੇ ਨਹੀਂ ਕਰਦੇ ਕਿ ਇਹਨਾਂ ਨੂੰ ਲੱਗਦਾ ਵੀ ਜਿਹੜਾ ਮਾਡਲ ਇਹਨਾਂ ਦਾ ਮਾਡਲ ਹੈਗਾ ਵਾ ਕਿ ਸ਼ਾਇਦ ਇਸ ਤਰੀਕੇ ਦੇ ਨਾਲ, ਹਾਂ ਇਹ ਇਨਸਿਕਿਉਰਿਟੀ ਦੀ ਗੱਲ ਮੈਂ ਜ਼ਰੂਰ ਕਹੂੰਗਾ, ਇਨਸਿਕਿਉਰਿਟੀ ਵਧਣੀ ਇਹਨਾਂ ਦੀ ਦਿਨੋਂ ਦਿਨ। ਉਹ ਜਿਹੜੀ ਇਨਸਿਕਿਉਰਿਟੀ ਜਦੋਂ ਵਧੂਗੀ ਉਹਦੇ ਵਿੱਚ ਗਲਤੀਆਂ ਬਹੁਤ ਕਰਨਗੇ, ਇਹ ਬਲੈਂਡਰ ਵੀ ਕਰ ਸਕਦੇ। ਮੇਰੇ ਖਿਆਲਾਤ ਬਹੁਤ ਵੱਡਾ ਕਾਜੀ ਬਲੈਂਡਰ ਸੀ, ਇਹ ਤੋਂ ਵੀ ਅਗਲੇ ਪਾਸੇ ਜਾ ਸਕਦੇ ਆ। ਔਰ ਉਹਦੇ ਨਾਲ ਫਿਰ ਪੰਜਾਬ ਲਈ ਮੈਨੂੰ ਇਹਨਾਂ ਦੀ ਕੋਈ ਸਮੱਸਿਆ ਨਹੀਂ ਕਿ ਇਹ ਪਾਰਟੀ ਦਾ ਨਹੀਂ ਹੈ। ਸਾਨੂੰ ਇਹ ਸੀ ਵੀ ਇੰਨਾ ਵੱਡਾ ਮੈਂਡੇਟ ਜਿਹੜਾ ਮਿਲਿਆ ਸੀ, ਕੋਈ ਵੀ ਸੈਂਸੀਬਲ ਸਰਕਾਰ ਹੁੰਦੀ ਇਹ 5 ਸਾਲਾਂ ਦੇ ਵਿੱਚ ਪੰਜਾਬ ਦੀਆਂ ਸਮੱਸਿਆ ਨੂੰ ਫਿਕਸ ਕੀਤਾ ਜਾ ਸਕਦਾ ਸੀ। ਘੱਟੋ ਘੱਟ ਆਇਡੈਂਟੀਫਾਈ ਕਰਕੇ ਇੱਕ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ। ਡਾਇਸਪੋਰਾ ਵੀ ਇਹਨਾਂ ਤੋਂ ਹੁਣ ਥੋੜਾ ਪੈਰ ਖਿੱਚਣ ਲੱਗ ਪਿਆ। ਡਾਇਸਪੋਰਾ ਵੀ ਜਿਹੜਾ ਸੀਗਾ ਉਹਨੂੰ ਥੋੜਾ ਜਿਹਾ ਲੱਗਣ ਡਿਆ ਪਿਆ ਵੀ ਨਹੀਂ, ਇਹ ਜਿਹੜਾ ਬਹੁਤਾ ਜਿੰਨੀਆਂ ਉਹਨਾਂ ਦੀਆਂ ਐਸਪੀਰੇਸ਼ਨ ਸੀਗੀਆਂ, ਐਕਸਪੈਕਟੇਸ਼ਨ ਸੀਗੀਆਂ, ਸ਼ਾਇਦ ਉਸ ਲੈਵਲ ਤੁਸੀਂ ਦੇਖਿਆ ਹੋਣਾ। ਕੋਠੀ ਦਾ ਮਸਲਾ ਵੀ ਰਿਹਾ ਪਿੱਛੇ ਜੇ ਕਾਫੀ, ਉਹ ਉਸ ਤਰੀਕੇ ਨਾਲ ਰਿਹਾ। ਉਸ ਕੋਠੀ ਦੇ ਮਸਲੇ ਦੇ ਵਿੱਚ NRI ਮਿਨਿਸਟਰ ਜਿਹੜੇ ਸੀਗੇ ਉਹਨਾਂ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਜੀ। ਇਸ ਕਰਕੇ ਸਮੱਸਿਆ ਤਾਂ ਲੋਕਾਂ ਦੀ ਐਕਟੀਵਿਟੀ ਕਿੰਨੀ ਸੀ ਉਹਦੇ ਵਿੱਚ ਤੁਸੀਂ ਦੇਖੋ। ਲੋਕਾਂ ਦੇ ਪ੍ਰੈਸ਼ਰ ਕਰਕੇ, ਮੈਂ ਨਹੀਂ ਕਹਾਂਗੀ ਕਿ ਆਪੋਜੀਸ਼ਨ ਦਾ ਪ੍ਰੈਸ਼ਰ ਸੀ ਜਾਂ ਸੁਖਪਾਲ ਸਿੰਘ ਖਹਿਰਾ ਦਾ ਪ੍ਰੈਸ਼ਰ ਸੀ, ਮੈਂ ਕਹਾਂ ਲੋਕਾਂ ਦਾ ਪ੍ਰੈਸ਼ਰ ਸੀ ਜਿਹਦੇ ਕਰਕੇ ਇਹਨਾਂ ਨੂੰ ਬੀਬੀ ਮਾਣੂਕੇ ਨੂੰ ਬਾਅਦ ਵਿੱਚ ਉਹ ਕੋਠੀ ਜਿਹੜੀ ਆ ਇਮੀਡੀਏਟਲੀ ਕਹਿ ਲਓ ਵੀ ਵਾਪਿਸ ਕਰਨ ਦੀ ਗੱਲ ਨੂੰ ਕਹਿਣਾ ਪਿਆ ਕਿ ਹਾਂਜੀ ਅਸੀਂ ਖਾਲੀ ਕਰ ਦਿੱਤੀ, ਵਾਪਿਸ ਕਰ ਰਹੇ। ਸਰ ਮੈਂ ਆਖਰੀ ਸਵਾਲ ਤੁਹਾਡੇ ਵੱਲ ਲੈ ਕੇ ਆ ਰਹੀ ਹੈਗੀ ਆ ਸਰ। 2 ਧੁਰੇ ਨੇ, ਇੱਕ ਤਾਂ ਕੇਂਦਰ ਹੈ, ਇੱਕ ਤਾਂ ਦਿੱਲੀ ਹੈ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਕਮਾਂਡ ਹੇਠ ਪੂਰੀ ਆਮ ਆਦਮੀ ਪਾਰਟੀ ਹੈ ਜਿਹੜੇ ਪੂਰੇ ਇੰਡੀਆ 'ਚ ਫੈਲਣਾ ਚਾਹ ਰਹੇ ਨੇ। ਦੂਸਰੇ ਪਾਸੇ ਉਹਨਾਂ ਕੋਈ ਇਕਲੌਤਾ CM ਹੈ ਪੰਜਾਬ 'ਚ, ਮੁੱਖ ਮੰਤਰੀ ਸਾਹਿਬ। ਕਿਤੇ ਐਵੇਂ ਤਾਂ ਨਹੀਂ ਹੈ ਕਿ ਇਕਲੌਤੇ CM ਨੂੰ, ਕਿਉਂਕਿ ਤੁਸੀਂ ਕਿਹਾ ਦਿੱਲੀ ਦੇ ਕੋਲ ਤਾਂ ਹੁਣ ਕੁਝ ਰਿਹਾ ਨਹੀਂ ਕਿਉਂਕਿ ਸਪੈਸ਼ਲ ਆਰਡੀਨੈਂਸ ਲੈ ਆਂਦਾ ਕੇਂਦਰ ਨੇ, ਔਰ ਉਹ ਵੀ ਹਾਲਾਂਕਿ ਜੇ ਆਪਾਂ ਗੱਲ ਕਰੀਏ ਤਾਂ ਉਹ ਸਹੀ ਨਹੀਂ, ਉਹਦੇ ਵਿੱਚ ਕਈ ਗੱਲਾਂ ਜਿਹੜੀਆਂ ਨੇ, ਪਰ ਉਹਨਾਂ ਕੋਲ ਹੁਣ ਦਿੱਲੀ ਕੋਲ ਤਾਕਤਾਂ ਨਹੀਂ ਰਹੀਆਂ। ਕਿਤੇ ਐਦਾਂ ਤਾਂ ਨਹੀਂ ਹੋ ਰਿਹਾ ਕਿ ਪੰਜਾਬ ਦੇ ਜੋ ਮੁੱਖ ਮੰਤਰੀ ਨੇ ਉਹ ਕਲਾਊਟ ਹੈ, ਉਹ ਕ੍ਰਿਜ਼ਮਾ ਹੈ, ਉਹਨੂੰ ਸਾਬੋਟਾਜ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈਗੀ ਹੈ? ਕਿਉਂਕਿ ਟੈਕਨੋਕ੍ਰੈਟਸ ਟਰਮ ਜਿਹੜੀ ਆ ਬੜੇ ਵੱਡੇ ਲੈਵਲ ਤੇ ਇਸ ਸਰਕਾਰ 'ਚ ਵਰਤੀ ਜਾਂਦੀ ਹੈ ਕਿ ਇਹਨਾਂ ਦੇ ਨਾਲ ਲੱਗੇ ਹੋਏ ਨੇ ਟੈਕਨੀਕਲੀ ਐਕਸਪਰਟ ਲੋਕ ਜਿਹੜੇ ਸਲਾਹਾਂ ਤੇ ਸੁਝਾਅ ਦਿੰਦੇ ਨੇ। ਸਰ ਕਿਤੇ ਸੈਬੋਟਾਜ ਕਰਨ ਦੀ ਕੋਸ਼ਿਸ਼ ਤਾਂ ਨਹੀਂ ਹੈ? ਕੀ ਕਰਨਗੇ ਫਿਰ ਸੈਬੋਟੇਜ ਕਰਕੇ? ਤੇ ਕੀ ਹੋਊਗਾ? ਆਪਣੇ ਪੈਰਾਂ ਦੇ ਆਪ ਘੋੜਾ ਮਾਰਨ ਵਾਲੀ ਗੱਲ ਹੈਗੀ ਆ। 2 ਚੀਜ਼ਾਂ ਮੈਨੂੰ ਜੀ ਬਹੁਤ ਜ਼ਰੂਰੀ ਹੈ। ਕਿਸਾਨ ਅੰਦੋਲਨ ਨੇ ਜਿਹੜੀ ਖਾਸ ਕਰਕੇ ਸੈਂਸ ਆਫ ਇੰਪਾਵਰਮੈਂਟ ਜਿਹੜੇ ਸੀ ਨਾ ਆਮ ਬੰਦਿਆਂ ਦੇ ਵਿੱਚ ਬਹੁਤ ਜ਼ਿਆਦਾ ਪੈਦਾ ਕੀਤੀ ਜੀ। ਇਹ ਬਹੁਤ ਵੱਡੀ ਗੱਲ ਹੈਗੀ ਆ। ਇਹਨਾਂ ਨੂੰ ਡਾਟਾ ਜਿਹੜਾ ਸੀ ਸਾਡੀ ਕੀਤੀ ਸੀਗੀ, ਮੋਰ ਦੈਨ 4/5 ਆਫ ਦਾ ਟੋਟਲ ਪੀਜ਼ੈਂਟਰੀ ਜਿਹੜੀ ਕਿ ਇਸ ਸਮੇਂ ਤੇ ਅਕਾਲੀ ਦਲ ਦਾ ਜਿਹੜੀ ਬੈਕਬੋਨ ਹੁੰਦੀ ਸੀ, ਉਹਨਾਂ ਨੇ ਇਸ ਪਾਸੇ ਬਣਾਈ ਸੀ। ਇਸੇ ਤਰੀਕੇ ਨਾਲ ਹੋਰ ਸੈਕਸ਼ਨ ਆਫ ਦਾ ਸੋਸਾਇਟੀ ਉਹਦੇ ਵਿੱਚ ਆਏ ਸੀ। ਲੱਗਦਾ ਹੈ ਕਿ 2 ਚੀਜ਼ਾਂ ਹੁੰਦੀਆਂ। ਇੱਕ 2 ਜਦੋਂ ਧੁਰੇ ਦੀ ਗੱਲ ਕੀਤੀ ਹੈ, ਮੈਂ ਕਹਿੰਦਾ ਇੱਕ ਧਿਰ ਲੋਕ ਬਣ ਗਏ, ਹੁਣ ਲੋਕ ਧਿਰ ਬਣਨੀ ਸ਼ੁਰੂ ਹੋ ਗਏ। ਲੋਕਾਂ ਨੇ ਜਿਹਨੂੰ ਪ੍ਰੈਸ਼ਰ ਫਰਮ ਦਾ ਬਿਲੋ ਵਾਲੀ ਗੱਲ ਜਿਹੜੀ ਹੈ ਨਾ, ਉਹ ਪਾਸਾ ਉਹ ਸ਼ੁਰੂ ਹੋ ਗਿਆ। ਇਹ ਟੈਕਨੋਕ੍ਰੇਟ ਤਰੀਕਾ ਕਰਨ, ਇਹ ਜਿਹੜਾ ਮਰਜ਼ੀ ਤਰੀਕਾ ਕਰਨ, ਜੋ ਮਰਜ਼ੀ ਕਰਦੇ ਨੇ, ਪਰਸੈਪਸ਼ਨ ਦੇ ਵਿੱਚ ਲੋਕੀ ਇਹਨਾਂ ਨੂੰ ਕਿੱਥੇ ਰੱਖਦੇ ਆ। ਹੁਣ ਘੱਟੋ ਘੱਟ ਇਹ ਅਹਿਸਾਸ ਲੋਕਾਂ ਨੂੰ ਸ਼ੁਰੂ ਹੋ ਗਿਆ ਵੀ ਵੋਟ ਪਾਉਣੀ ਆ, ਵੋਟ ਤੇ ਢੰਗ ਨਾਲ ਪਾ ਦਿਓ, ਵੋਟ ਨਾਲ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਦੂਸਰੀ ਗੱਲ ਇਹ ਬੜਾ ਕਲੀਅਰ ਹੈਗੀ ਆ ਕਿ ਜਿੰਨਾ ਚਿਰ ਆਮ ਆਦਮੀ ਪਾਰਟੀ ਕਾਂਗਰਸ ਨੂੰ ਸੱਟ ਲਾਉਂਦੀ ਸੀਗੀ, ਉਹਨੇ ਦਿੱਲੀ ਚਲਾਈ, ਉਹਨੇ ਪੰਜਾਬ ਚਲਾਈ, ਉਹਨੇ ਗੁਜਰਾਤ ਚਲਾਈ, ਉਹਨਾਂ ਚਿਰ ਬਲੂ ਆਈਡ ਬॉय ਸੀਗੇ BJP ਦੇ। ਜਦੋਂ ਆਮ ਆਦਮੀ ਪਾਰਟੀ ਨੇ BJP ਨੂੰ ਹਿਮਾਚਲ ਦੇ ਵਿੱਚ ਜਾਂ ਕਰਨਾਟਕਾ ਦੇ ਵਿੱਚ ਸੱਟ ਲਾਉਣੀ ਸ਼ੁਰੂ ਕਰਤੀ, ਤੇ ਉਹਦੇ ਕਨਸੀਕੁਐਂਸ ਸਾਰੇ ਜਿਹੜੇ ਆਪਾਂ ਨੂੰ ਦੇਖਦਾ ਵੀ ਉੱਥੇ ਕੀ ਬਣਿਆ। ਆਉਣ ਵਾਲੇ ਸਮੇਂ 'ਚ ਬਹੁਤ ਡੈਲਮਾ ਹੈ।
ਇਹਨਾਂ ਨੂੰ ਕਿਤੇ ਪੰਜਾਬ ਤੋਂ ਬਾਹਰ ਹੋਰ ਕਿਸੇ ਨੇ ਜੇ ਭੁੱਲ ਜਾਣ ਵੀ ਇਹ ਸਰਕਾਰ ਬਣਾਉਣਗੇ। ਕਿੰਨਾ ਜ਼ੋਰ ਲਾਇਆ ਸੀ ਗੁਜਰਾਤ ਦੇ ਵਿੱਚ, ਕਿੰਨਾ ਜ਼ੋਰ ਲਾਇਆ ਸੀ ਇਹਨਾਂ ਨੇ ਉੱਥੇ ਗੋਆ ਦੇ ਵਿੱਚ। ਹਿਮਾਚਲ ਗੁਆਂਢੀ ਪ੍ਰਦੇਸ਼ ਆ ਜੀ, ਕਰਨਾਟਕਾ ਦੇ ਵਿੱਚ ਇਹਨਾਂ ਪੂਰਾ ਹੋ, ਕਿਉਂਕਿ ਇਹ ਵੀ ਹਿੰਦੂਤਵ ਦੀ ਗੱਲ ਕਰਦੇ ਆ, ਇਹ ਵੀ ਜਿਹੜੇ ਨੈਸ਼ਨਲ ਕ੍ਰੂਸ਼ੀਅਲ ਇਸ਼ੂਜ਼ ਹੈਗੇ ਆ ਉਹ ਜਿਹੜੀ ਮੇਨ ਸਟ੍ਰੀਮ ਪਾਰਟੀ ਆ ਉਹਦੇ ਨਾਲ ਖਲੋਂਦੇ ਹੈਗੇ ਆ। 0.58% ਕਰਨਾਟਕਾ ਦੇ ਵਿੱਚ ਇਹਨਾਂ ਨੂੰ ਵੋਟਾਂ ਮਿਲੀਆਂ ਸੀਗੀਆਂ, ਔਰ ਉਹ ਵੋਟਾਂ ਇਹਨਾਂ ਨੇ ਬੀਜੇਪੀ ਦੀਆਂ ਕੱਟੀਆਂ ਸੀਗੀਆਂ। ਵੈਰੀ ਇੰਟਰਸਟਿੰਗ ਫਿਨੋਮੀਨਾ। ਕੁਆਇਟ ਲਾਈਕਲੀ ਕਿ ਹੋ ਸਕਦਾ ਕੱਲ ਨੂੰ ਜੇ ਰਾਏਪੁਰ ਦੇ ਵੋਟਾਂ ਪੈਂਦੀਆਂ ਵਾ ਜਾਂ ਉੱਥੇ ਪੈਂਦੀਆਂ ਆਪਣਾ ਦੂਸਰਾ ਜਿਹੜਾ ਮੱਧ ਪ੍ਰਦੇਸ਼ ਕੀਤਾ ਵਾ, ਤੇ ਜਿਹੜਾ ਹਾਰਡਕੋਰ ਹਿੰਦੂਤਵ ਵੋਟ ਹੈਗਾ ਜਿਹੜਾ ਉਹਨਾਂ ਨਾਲੋਂ ਜਿਹੜਾ ਦੂਸਰਿਆਂ ਨੂੰ ਵੋਟ ਨਹੀਂ ਪਾਉਣੀ ਉਹ ਇਸ ਪਾਸੇ ਆ ਜਾਣ, ਇਹਨੂੰ ਨਿਊਟਰਲ ਕਰ ਦੇਣ। ਤਾਂ ਪੋਲੀਟੀਕਲ ਰੈਲੇਵੈਂਸ ਜਿਹੜੀ ਹੈਗੀ ਇਹ ਹੁਣ ਤੁਸੀਂ ਦੇਖੋ ਨਾ ਕਿੱਦਾਂ ਇੰਡੀਆ ਦਾ ਹਿੱਸਾ ਬਣਦੇ ਜਾ ਰਹੇ ਆ। ਜਿਹਨੂੰ ਇਹ ਪਹਿਲਾਂ ਕਰਪਟ, ਤੁਸੀਂ ਬੇਸਿਕ ਕੁਐਸਚਨ ਹੈਗਾ ਇਹਨਾਂ ਲਈ ਸਾਰੇ ਕਰਪਟ ਸੀਗੇ, ਇਹਨਾਂ ਤੇਜਸਵੀ ਵੀ ਕਰਪਟ ਸੀਗਾ, ਨਤੀਸ਼ ਜੀ ਵੀ ਕਰਪਟ ਸੀਗੇ, ਕਾਂਗਰਸ ਵਾਲੇ ਸਾਰੇ ਕਰਪਟ ਸੀਗੇ, ਤੇ ਫਿਰ ਉਹਨਾਂ ਕਰਪਟ ਲੀਡਰ ਆਪਣੇ ਸ਼ਰਦ ਪਵਾਰ ਜੀ ਕਰਪਟ ਸੀਗੇ, ਤੇ ਫਿਰ ਉਹਨਾਂ ਲੀਡਰਾਂ ਦੇ ਕੋਲ ਹੀ ਇਹਨਾਂ ਨੂੰ ਜਿਹੜਾ ਸੀਗਾ ਜਾਣਾ ਪਿਆ ਕਿ ਸਾਡਾ ਤੁਸੀਂ ਜਿਹੜਾ ਹੈਗਾ ਬਚਾਅ ਕਰੋ। ਕ੍ਰੈਡੀਬਿਲਿਟੀ ਬਹੁਤ ਜ਼ਿਆਦਾ ਨਹੀਂ ਹੈ ਹਿੰਦੀ ਹਾਰਟਲੈਂਡ ਦੇ ਵਿੱਚ, ਬਹੁਤ ਇਨਸਿਗਨੀਫੀਕੈਂਟ ਹੈਗਾ ਉਹਦੇ ਵਿੱਚੋਂ। ਇਹ ਪੰਜਾਬ ਹੀ ਹੈ ਜਿਹੜਾ ਨਵੇਂ ਐਕਸਪੈਰੀਮੈਂਟ ਕਰ ਸਕਦਾ, ਇਹ ਪੰਜਾਬ ਹੀ ਹੈ ਜਿਹੜਾ ਖਾਸ ਕਰਕੇ ਜਿਹੜਾ ਇਸ ਕਿਸਮ ਦੀਆਂ ਜਿਹੜੀਆਂ ਖਾਸ ਕਰਕੇ ਐਸਪੀਰੇਸ਼ਨ ਜਿਹਦੇ ਚੋਂ ਇਵੋਲਵ ਹੁੰਦੀਆਂ। ਤੁਸੀਂ ਦੇਖੋ ਬੀਐਸਪੀ ਵੀ ਇੱਥੋਂ ਸ਼ੁਰੂ ਹੋਈ ਸੀਗੀ, ਪਰ ਅਲਟੀਮੇਟਲੀ ਜਦੋਂ ਕਾਮਯਾਬ ਪਾਰਟੀ ਯੂਪੀ ਦੇ ਵਿੱਚ ਹੋਈ ਹੈ 2014 ਦੇ ਵਿੱਚ, ਆਮ ਵੀ ਇੱਥੋਂ ਪਾਰਟੀ ਉੱਠੀ ਸੀ। ਮੈਨੂੰ ਲੱਗਦਾ ਹੈ ਕਿ ਪੰਜਾਬ ਸੈਂਟਰਿਕ ਜਿੰਨਾ ਭਗਵੰਤ ਮਾਨ ਜੀ ਰਹਿਣਗੇ ਉਹਦੇ ਸਰਕਾਰ ਰਹੂਗੀ, ਉਹਨਾਂ ਨੂੰ ਬਹੁਤ ਵੱਡਾ ਚੈਲੰਜ ਨਹੀਂ ਆਊਗਾ। ਲੋਕਾਂ ਦੇ ਮਨਾਂ 'ਚ ਇਹੀ ਮੈਂ ਚੱਲ ਗਿਆ ਕਿ ਇਹ ਤਾਂ ਉਹਦੇ ਆਪਣੇ ਪੰਜਾਬੀ ਕਹਿੰਦੇ ਥੱਲੇ ਲੱਗਾ ਹੈ, ਜਿਹੜੀ ਕਿ ਗੱਲ ਲੋਕੀ ਮੰਨਦੇ ਆ ਕਿ ਭਗਵੰਤ ਮਾਨ ਜੀ ਇੰਡੀਪੈਂਡੈਂਟ ਨਹੀਂ ਹੋ ਸਕਦੇ, ਪੋਲੀਟੀਕਲ ਇੰਡੀਪੈਂਡੈਂਟ ਨਹੀਂ ਹੋ ਸਕਦੇ, ਪੋਲੀਟੀਕਲ ਪੰਜਾਬ ਦੇ ਪੋਲਿਟਿਕਸ ਆਟੋਨੋਮਸ ਨਹੀਂ ਹੋ ਸਕਦੇ। ਮੇਰੇ ਹਿਸਾਬ ਨਾਲ ਇਹਨਾਂ ਦਾ ਰੁਤਬਾ ਕੇਜਰੀਵਾਲ ਨੂੰ ਕਈ ਗੁਣਾ ਵੱਡਾ ਹੈ। ਇੱਕ ਫੁੱਲ ਫਲੈਜ ਸਰਕਾਰ ਦੇ ਹੈਡ ਹੈਗੇ ਆ, ਔਰ ਪੰਜਾਬ ਦੇ ਸਭ ਤੋਂ ਵੱਡੀ ਗੱਲ ਪੰਜਾਬ ਜਿਹੜਾ ਹੈਗਾ ਵਾ ਜਿੱਥੋਂ ਲੋਕੀ ਬਹੁਤ ਵੱਡੀ ਆਸ ਰੱਖਦੇ ਆ। ਤਾਂ ਇਸ ਕਰਕੇ ਬਹੁਤ ਜ਼ਿਆਦਾ ਨਹੀਂ, ਹੁਣ ਤਾਂ ਇਹਨਾਂ ਨੂੰ ਵੱਧ ਤੋਂ ਵੱਧ ਤੁਸੀਂ ਦੇਖੋ ਇੱਕ ਤਰ੍ਹਾਂ ਦੇ ਜਿਹੜੇ 7 ਬੰਦੇ ਕਹਿਣੀ ਕਥਨੀ 'ਚ ਕੀ ਆ, 7 ਬੰਦੇ ਜਿਹੜੇ ਇਹਨਾਂ ਨੇ ਰਾਜ ਆ। ਭਗਤ ਸਿੰਘ ਦੀ ਵਿਚਾਰਧਾਰਾ ਵਾਲਾ ਕਿਹੜਾ ਹੈਗਾ, ਡਾਕਟਰ BR ਅੰਬੇਦਕਰ ਦੀ ਵਿਚਾਰਧਾਰਾ ਵਾਲਾ ਕਿਹੜਾ ਸੀਗਾ, ਕਿਸਾਨਾਂ ਦੀ ਵਿਚਾਰਧਾਰਾ ਵਾਲਾ ਕਿਹੜਾ ਸੀਗਾ ਹੈ। ਤੇ ਉਦੋਂ ਤਾਂ ਫਿਰ ਇਹਨਾਂ ਦੀ ਹੋਰ ਸੀਗੀ ਕਰਨੀ ਤੇ ਜਿਹੜੀ ਕਹਿਣੀ ਆ। ਇਹ ਪੰਜਾਬ ਬਹੁਤ ਛੋਟਾ ਜਿਹਾ, ਲੋਕੀ ਸਾਰੀਆਂ ਗੱਲਾਂ ਇਹ ਗੱਲਾਂ ਸਮਝਦੇ ਆ, ਇਸ ਕਰਕੇ ਇਹਨਾਂ ਦਾ ਚੈਲੰਜ ਵਧਣਾ ਹੈ, ਇਹਨਾਂ ਦਾ ਚੈਲੰਜ ਵੀ ਵਧੂਗਾ, ਔਰ ਇਹਨਾਂ ਦਾ ਜਿਹੜਾ ਹੈਗਾ ਕ੍ਰਾਈਸਿਸ ਨੈਚੁਰਲੀ ਜੇ ਚੈਲੰਜ ਵੱਧ ਗਿਆ ਤੇ ਫਿਰ ਦੂਸਰੀ ਆ ਕਿ ਇਹ ਪਾਰਟੀ ਨਹੀਂ ਹੈਗੀ, ਇਹ ਤਾਂ ਪਾਰਟੀ ਦਾ ਢਾਂਚਾ ਨਹੀਂ ਹੈਗਾ, ਇਹਨਾਂ ਕੋਲ ਸਟਰਕਚਰ ਨਹੀਂ ਹੈਗਾ, ਇਹ ਫੜ ਤੜ ਕੇ ਕੰਮ ਚਲਾਉਣ ਦੇ ਆ। ਲੋਕੀ ਪਾਵਰ ਦੀ ਵਜ੍ਹਾ ਕਰਕੇ ਨਾਲ ਜੁੜਦੇ ਆ, ਜਿਹੜੀਆਂ ਪਹਿਲੀਆਂ ਪਾਰਟੀਆਂ ਨਾਲ ਵੀ ਜੁੜਦੇ। ਤੁਸੀਂ ਦੇਖੋ ਕਿ ਸਮੇਂ ਦੇ ਵਿੱਚ ਲੈਫਟ ਪਾਰਟੀ ਦੇ ਨਾਲ ਵੈਸਟ ਬੰਗਾਲ ਦੇ ਵਿੱਚ ਲੰਮਾ ਸਮਾਂ ਪਾਵਰ ਨਾਲ ਰਹਿਣ ਕਰਕੇ ਕਿੰਨੇ ਲੋਕ ਜੁੜ ਗਏ ਸੀਗੇ, ਤੇ ਜਦੋਂ ਪਾਵਰ ਤੋਂ ਬਾਹਰ ਜਾਣ ਲੱਗੇ ਤੇ ਉਹ ਲੋਕੀ ਹੌਲੀ ਹੌਲੀ ਜਿਹੜੇ ਉਹਦੇ ਵਿੱਚੋਂ ਮੁੜ ਕੇ ਡਿਸਪੀਅਰ ਹੋ ਗਏ। ਤਾਂ ਇਸ ਕਰਕੇ ਇਹਨਾਂ ਲਈ ਟਫ ਟਾਈਮ ਹੈਡ ਆ। ਅਜੇ ਵੀ ਥੋੜਾ ਬਹੁਤਾ ਸੋਚ ਲੈਣ ਜਾਂ ਪੰਜਾਬ ਸੈਂਟਰਿਕ ਹੋ ਜਾਣ ਤੇ ਡੁੱਲਿਆ ਬੇਰਾਂ ਦਾ ਸ਼ਾਇਦ ਅਜੇ ਵਿਗੜਿਆ ਨਹੀਂ ਕੁਛ। ਬਿਲਕੁਲ। ਜਗਰੂਪ ਸਿੰਘ ਸੇਖੋ ਜੀ, ਤੁਹਾਡੀ ਗੱਲ ਨਾਲ ਰਹੇਗੀ ਆਡੀਅנס ਦੇ, ਜਿਹੜਾ ਤੁਸੀਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਇਹ ਵੱਡੇ ਬਲੰਡਰ ਵੀ ਕਰਨ, ਕਿਉਂਕਿ ਜਿਹੜੀ ਇਨਸਿਕਿਉਰਿਟੀ ਦੀ ਭਾਵਨਾ ਹੈਗੀ ਔਰ ਫੈਸਲੇ ਲੈਣ 'ਚ ਇਮੈਚਿਓਰਿਟੀ ਹੈ, ਇਹ ਬਹੁਤ ਕੁਝ ਕਰਵਾ ਜਾਂਦੀ ਹੈ। ਔਰ 2024 ਦੀਆਂ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ। ਸਰ, ਤੁਸੀਂ ਇਹ ਗੰਭੀਰ ਜਾਣਕਾਰੀ, ਗਹਿਰੀ ਜਾਣਕਾਰੀ ਸਾਨੂੰ ਦਿੱਤੀ, ਆਪਣਾ ਸਮਾਂ ਕੱਢਿਆ, ਤੁਸੀਂ ਘਰ ਤੋਂ ਬਾਹਰ ਸੀਗੇ, ਆਊਟ ਆਫ ਸਟੇਸ਼ਨ ਸੀਗੇ, ਸਾਡੇ ਨਾਲ ਜੁੜੇ, ਉਹਦੇ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ ਜੀ। ਥੈਂਕ ਯੂ ਜੀ। ਥੈਂਕ ਯੂ।